हाँ जी, इंटेंसिटी ऑफ लाइट ये मेरा टॉपिक आ। इंटेंसिटी ऑफ लाइट एक्चुअली देखो बाली कहानी नहीं पाउनी, ਤੁਹਾਨੂੰ ਪੜਾਇਆ ਹੋਇਆ ਪਹਿਲਾਂ ਵੀ ਇੰਟੈਂਸਿਟੀ ਇਜ਼ ਇਕੁਅਲ ਟੂ ਐਂਪਲੀਟਿਊਡ ਦਾ ਸਕੁਅਰ ਹੁੰਦੀ ਆ। ਹੁਣ ਇੱਥੇ ਐਂਪਲੀਟਿਊਡ ਦੀ ਕੋਈ ਕਹਾਣੀ ਨਹੀਂ, ਠੀਕ ਆ, ਕਿਉਂਕਿ ਉਹ ਤਾਂ ਵੇਵ ਮੋਸ਼ਨ ਦੇ ਵਿੱਚ ਆ ਜਿੱਥੇ ਆਪਾਂ ਪੜਿਆ। ਪਾਰਟੀਕਲ ਨੇਚਰ ਦੇ ਵਿੱਚ ਜੇ ਮੈਂ ਐਂਪਲੀਟਿਊਡ ਦੀ ਗੱਲ ਕਰਾਂ ਤਾਂ ਐਂਪਲੀਟਿਊਡ ਸੌਰੀ ਇੰਟੈਂਸਿਟੀ ਆਫ ਲਾਈਟ ਕਿੱਦਾਂ ਐਕਸਪਲੇਨ ਕਰਾਂ, ਇਹਦੇ ਵਾਸਤੇ ਮੇਰੇ ਕੋਲ ਇੱਕ ਛੋਟਾ ਜਿਹਾ ਫਾਰਮੂਲਾ, ਉਹ ਫਾਰਮੂਲਾ ਲਿਖਿਓ। ਲਿਖੋ ਇੰਟੈਂਸਿਟੀ ਆਫ ਲਾਈਟ ਇਜ਼ ਇਕੁਅਲ ਟੂ, ਇਹਨੂੰ I ਨਾਲ ਡਿਨੋਟ ਕਰੂੰਗਾ ਮੈਂ, I ਇਜ਼ ਇਕੁਅਲ ਟੂ ਪਾਵਰ ਰੇਡੀਏਟਡ ਬਾय ਲਾਈਟ। ਲਾਈਟ ਨੇ ਕਿੰਨੀ ਪਾਵਰ ਰੇਡੀਏਟ ਕੀਤੀ ਪਰ ਯੂਨਿਟ ਏਰੀਆ, ਪਰ ਯੂਨਿਟ ਏਰੀਆ ਜਿਹੜੇ ਏਰੀਆ ਦੇ ਵਿੱਚ ਉਹ ਲਾਈਟ ਡਿੱਗ ਰਹੀ, ਜਿਹੜੇ ਸਰਫੇਸ ਤੇ ਉਹ ਲਾਈਟ ਆ ਰਹੀ ਆ। ਸਰਫੇਸ ਟੈਂਸ਼ਨ ਜਿਹੜਾ ਆਪਾਂ ਟੌਪਿਕ ਪੜ੍ਹ ਰਹੇ ਹਾਂ ਸਾਡਾ, ਕੁਝ ਬੇਸਿਕਲੀ ਫੋਟੋ ਇਲੈਕਟ੍ਰਿਕ ਇਫੈਕਟ ਆ, ਔਰ ਆ ਸਰਫੇਸ ਆ, ਲਾਈਟ ਆਈ, ਲਾਈਟ ਇੱਥੇ ਸਟ੍ਰਾਈਕ ਕੀਤੀ, ਓਕੇ, ਤਾਂ ਆ ਸਰਫੇਸ ਦਾ ਏਰੀਆ ਮੈਂ ਮੰਨਿਆ A, ਠੀਕ ਆ ਵਾਲਾ। ਪਾਵਰ ਰੇਡੀਏਟਡ ਬਾय ਲਾਈਟ ਪਰ ਯੂਨਿਟ ਸਰਫੇਸ ਏਰੀਆ ਲਿਖ ਲਿਓ ਜਾਂ ਪਰ ਯੂਨਿਟ ਏਰੀਆ ਲਿਖ ਲਿਓ। ਹੁਣ ਮੈਂ ਇਸੇ ਫਾਰਮੂਲੇ ਨੂੰ ਇੱਕ ਹੋਰ ਤਰੀਕੇ ਨਾਲ ਲਿਖਣ ਲੱਗਿਆ। ਪਾਵਰ ਰੇਡੀਏਟਡ ਦਾ ਮਤਲਬ ਹੁੰਦਾ એનર્ਜੀ ਰੇਡੀਏਟਡ ਪਰ ਯੂਨਿਟ ਟਾਈਮ। ਦੇਖੋ ਪਾਵਰ ਹੁੰਦੀ ਵਰਕ ਡਨ ਪਰ ਯੂਨਿਟ ਟਾਈਮ, ਪੜਾਇਆ ਤੁਹਾਨੂੰ ਸਾਰਿਆਂ ਨੂੰ ਕਿ ਨਹੀਂ ਪੜਾਇਆ? ਕਿਉਂ ਬਈ? ਪਾਵਰ ਹੁੰਦੀ ਵਰਕ ਅਪਨ ਟਾਈਮ ਤੇ ਵਰਕ એનર્ਜੀ ਹੁੰਦਾ। ਇਹਦਾ ਮਤਲਬ ਲਾਈਟ ਦੀ ਰੇਡੀਏਸ਼ਨ ਨੇ ਕਿੰਨੀ એનર્ਜੀ ਪਰ ਯੂਨਿਟ ਟਾਈਮ ਰੇਡੀਏਟ ਕੀਤੀ। એનર્ਜੀ ਰੇਡੀਏਟਡ ਪਰ ਯੂਨਿਟ ਟਾਈਮ ਇਨਟੂ ਏਰੀਆ ਪਹਿਲਾਂ ਦਾ ਪਿਆ। ਮਤਲਬ ਕਹਿਣ ਦਾ ਇਹ ਆ ਕਿ ਆਹ ਵਾਲਾ ਪਾਵਰ ਦੀ ਵੈਲਿਊ ਜਿਹੜੀ ਆ, ਪਾਵਰ ਨੂੰ ਮੈਂ ਲਿਖਤਾ એનર્ਜੀ ਰੇਡੀਏਟਡ ਪਰ ਯੂਨਿਟ ਟਾਈਮ। ਸਮਝ ਆ ਰਹੀ ਗੱਲ ਕਿ ਨਹੀਂ ਆ ਰਹੀ? ਪਾਵਰ ਦੀ ਜਿਹੜੀ ਵੈਲਿਊ ਨੂੰ ਲਿਖਿਆ એનર્ਜੀ ਰੇਡੀਏਟਡ ਪਰ ਯੂਨਿਟ ਟਾਈਮ, ਓਕੇ। ਫਾਰਮੂਲਾ ਸਾਡਾ ਪੁਰਾਣਾ ਹੈਗਾ, ਉਸੇ ਤੋਂ ਲਿਖਿਆ, ਔਰ ਨਾਲ ਇਹਦੇ ਇੱਥੇ ਏਰੀਆ ਆ ਗਿਆ। ਇਹ ਫਾਰਮੂਲੇ ਦਾ ਖਾਸ ਖਿਆਲ ਰੱਖਿਓ। ਫਿਰ ਇਸ ਤੋਂ ਅਗਲੀ ਸਟੋਰੀ ਸਟਾਰਟ ਹੁੰਦੀ ਆ, ਠੀਕ ਆ। ਵੈਸੇ ਤੁਸੀਂ ਇਹਨੂੰ ਜੇ ਲਿਖਣਾ ਚਾਹੋ ਇਹਨੂੰ P/A, ਜੇ ਕਿਤੇ ਲੋੜ ਪਈ ਮੈਂ ਯੂਜ਼ ਕਰੂੰਗਾ, ਇਹਦੇ ਅੱਗੇ ਲਿਖ ਲਿਓ P/A, ਪਾਵਰ ਰੇਡੀਏਟਡ ਪਰ ਯੂਨਿਟ ਏਰੀਆ। ਇਹ ਇੰਟੈਂਸਿਟੀ ਆਫ ਲਾਈਟ ਹੁੰਦੀ ਆ। ਇਹਨੂੰ ਜ਼ਰੂਰਤ ਪੈਣੀ ਹੈ ਤਾਂ ਕਰਕੇ ਮੈਂ ਪਹਿਲਾਂ ਹੀ ਲਿਖਤਾ, ਓਕੇ। ਤਾਂ ਬੇਸਿਕਲੀ ਦੇਖਿਆ ਜਾਵੇ ਹੁਣ ਮੈਂ ਇਸ ਤੋਂ ਅੱਗੇ ਕੰਟੀਨਿਊ ਕਰਨ ਲੱਗਿਆ, ਧਿਆਨ ਨਾਲ ਸੁਣੋ। ਆਪਾਂ ਇੱਕ ਰਿਜ਼ਲਟ ਲੈਣਾ ਇੱਥੋਂ ਛੋਟਾ ਜਿਹਾ, ਵੀ ਪਾਵਰ ਆ ਜਿਹੜੀ I ਹੈ ਇਹਦੀ ਵੈਲਿਊ ਤਾਂ ਲਿਖਤੀ ਮੈਂ P/A, ਪਾਵਰ ਰੇਡੀਏਟਡ ਪਰ ਯੂਨਿਟ ਏਰੀਆ, ਓਕੇ। ਔਰ ਪਰਲੇ ਪਾਸੇ ਕੀ ਆ ਗਿਆ? P/A ਲਿਖਤੀ, ਆ ਗਈ એનર્ਜੀ ਰੇਡੀਏਟਡ ਪਰ ਯੂਨਿਟ ਟਾਈਮ ਪਰ ਯੂਨਿਟ ਏਰੀਆ, ਓਕੇ। ਜੇ ਮੈਂ ਏਰੀਆ ਨਾਲ ਏਰੀਆ ਕੈਂਸਲ ਕਰਦਾ ਤਾਂ ਪਾਵਰ ਇਜ਼ ਇਕੁਅਲ ਟੂ એનર્ਜੀ ਰੇਡੀਏਟਡ ਪਰ ਯੂਨਿਟ ਟਾਈਮ, ਉਹੀ ਪੁਰਾਣੀ ਸਟੋਰੀ, ਠੀਕ ਆ। ਇਹ ਤਾਂ ਬੇਸਿਕਲੀ ਖਲਾਰਾ ਜਿਹੀ ਹੈ, ਸਿੰਪਲ ਜਿਹਾ। ਮੈਂ ਪਾਵਰ ਦਾ ਨਵਾਂ ਫਾਰਮੂਲਾ ਫਾਈਂਡ ਕਰ ਲਓ। ਆ ਇੰਟੈਂਸਿਟੀ ਸੀ ਮੇਰੇ ਕੋਲੇ, ਤਾਂ ਮੇਰੇ ਕੋਲ ਪਾਵਰ ਦਾ ਫਾਰਮੂਲਾ ਨਾ ਜਿਹੜਾ, ਉਹ ਵੈਸੇ ਤਾਂ ਆਇਆ એનર્ਜੀ ਰੇਡੀਏਟਡ ਪਰ ਯੂਨਿਟ ਟਾਈਮ, ਇਹ ਤੁਹਾਨੂੰ ਪਤਾ ਆ, ਉਹੀ ਲਿਖਿਆ ਮੈਂ, ਕੋਈ ਨਵਾਂ ਨਹੀਂ ਲਿਖਿਆ। ਬਟ ਮੈਂ ਇਹਦੇ ਵਿੱਚ ਇੱਕ ਥੋੜੀ ਜਿਹੀ ਨਵੀਂ ਚੀਜ਼ ਜਿਹੜੀ ਦੱਸਣੀ ਤੁਹਾਨੂੰ, ਉਹ ਕੀ ਆ, ਵੀ ਪਾਵਰ ਹੁੰਦੀ ਜਿਹੜੀ ਉਹ ਹੈਗੀ ਆ, ਜੇ ਮੰਨ ਲਓ ਵੀ ਲਾਈਟ ਟਰੈਵਲ ਕਰ ਰਹੀ ਹੈ ਇਦਾਂ, ਔਰ ਲਾਈਟ ਦੇ ਵਿੱਚ ਨੰਬਰ ਆਫ ਫੋਟੋਨ ਸਾਨੂੰ ਪਤਾ ਲੱਗ ਜਾਣ n, ਨੰਬਰ ਆਫ ਫੋਟੋਨ ਕਿੰਨੇ ਆ? n ਨੰਬਰ ਆਫ ਫੋਟੋਨ ਜੇ ਲਾਈਟ ਦੇ ਵਿੱਚ ਪਾਰਟ ਕਰਦੇ ਆ t ਟਾਈਮ ਦੇ ਵਿੱਚ n ਫੋਟੋਨ ਜਿਹੜੇ ਹੈਗੇ ਸਟ੍ਰਾਈਕ ਕਰ ਗਏ, ਤਾਂ એનર્ਜੀ ਉਹਨਾਂ ਦੀ ਇੱਕ ਫੋਟੋਨ ਦੀ એનર્ਜੀ h ਨਿਊ ਹੁੰਦੀ ਆ, n ਫੋਟੋਨਸ ਦੀ એનર્ਜੀ ਹੋਊਗੀ ਕੈਪੀਟਲ N ਟਾਈਮਸ h ਨਿਊ। ਆ એનર્ਜੀ ਆ ਅਪਨ ਟਾਈਮ, ਇਹ ਪਾਵਰ ਆ। ਪਾਵਰ ਰੇਡੀਏਟਡ ਇਜ਼ ਇਕੁਅਲ ਟੂ એનર્ਜੀ ਰੇਡੀਏਟਡ ਪਰ ਯੂਨਿਟ ਟਾਈਮ। ਤੁਸੀਂ ਆ ਨਹੀਂ ਕਰਨਾ, ਨਾ ਕਰੋ, ਮੈਨੂੰ ਕੋਈ ਇਸ਼ੂ ਨਹੀਂ, ਠੀਕ ਆ। ਤੁਸੀਂ ਇੰਟੈਂਸਿਟੀ ਦਾ ਕੱਲਾ ਫਾਰਮੂਲਾ ਯਾਦ ਰੱਖ ਲਓ, ਦੈਟਸ ਇਟ। ਵੱਡੀ ਚੀਜ਼ ਆ ਇਹ ਡਾਇਰੈਕਟ ਵੀ ਆ ਜਾਂਦੀ, ਪਾਵਰ ਇਜ਼ ਇਕੁਅਲ ਟੂ એનર્ਜੀ ਰੇਡੀਏਟਡ ਪਰ ਯੂਨਿਟ ਟਾਈਮ, ਔਰ એનર્ਜੀ ਇਜ਼ ਇਕੁਅਲ ਟੂ ਇੱਕ ਫੋਟੋਨ ਦੀ એનર્ਜੀ ਮਲਟੀਪਲਾਈਡ ਬਾਈ ਨੰਬਰ ਆਫ ਫੋਟੋਨਸ, ਠੀਕ ਆ। ਨੰਬਰ ਆਫ ਫੋਟੋਨਸ ਨੂੰ ਇੱਕ ਫੋਟੋਨ ਦੀ ਮੈਂ એનર્ਜੀ ਦੇ ਨਾਲ ਮਲਟੀਪਲਾਈ ਕਰਤਾ, ਇੱਕ ਬੜਾ ਸਿੰਪਲ ਜਿਹਾ ਕੰਮ, ਓਕੇ। ਇਹਦੇ ਨਾਲ ਮੇਰੇ ਕੋਲੇ ਕੀ ਆਇਆ, ਆ ਜਿਹੜੀ ਚੀਜ਼ ਆ ਹੁਣ N/T, ਇਹ ਸਪੈਸੀਫਿਕ ਆ। ਤੁਹਾਡੇ ਸਵਾਲ ਆਉਣਗੇ, ਤੁਹਾਨੂੰ ਥਿਓਰੀ 'ਚ ਇੱਕ ਸਵਾਲ ਕਰਵਾਇਆ ਵੀ ਹੋਇਆ, ਨੰਬਰ ਆਫ ਫੋਟੋਨਸ emitted, number of photons incident per second on the surface of metal ਦੇ ਸਰਫੇਸ ਤੇ ਪਰ ਯੂਨਿਟ ਟਾਈਮ ਦੇ ਵਿੱਚ ਕਿੰਨੇ ਨੰਬਰ ਆਫ ਇਲੈਕਟ੍ਰੋਨਸ, ਨੰਬਰ ਆਫ ਫੋਟੋਨਸ ਜਿਹੜੇ ਹੈਗੇ ਆ ਉਹ ਇਨਸੀਡੈਂਟ ਕੀਤੇ, ਜਾਂ ਇੱਕ ਲਾਈਟ ਟਰੈਵਲ ਕਰ ਰਹੀ ਆ, ਉਸ ਲਾਈਟ ਦੇ ਵਿੱਚ ਯੂਨਿਟ ਟਾਈਮ ਦੇ ਵਿੱਚ ਕਿੰਨੇ ਫੋਟੋਨ ਲੰਘੇ। ਜੇ ਆਪਾਂ ਉਹਦੀ ਵੈਲਿਊ ਫਾਈਂਡ ਕਰਨੀ ਤਾਂ N/T ਸਾਡੇ ਕੋਲੇ ਆਊ। ਸਮਝ ਆ ਰਹੀ ਗੱਲ ਕਿ ਨਹੀਂ ਆ ਰਹੀ? N/T ਸਾਡੇ ਕੋਲੇ
ਆਊਗੀ। ਇਹਦੇ ਨਾਲ ਕੀ ਆ ਜਾਊਗਾ ਪੁੱਤਰੋ, ਇਹਦੇ ਨਾਲ ਆ ਜਾਊਗਾ h nu 1 ਫੋਟੋਨ ਦੀ એનર્ਜੀ। n upon t ਜਿਹੜਾ ਆ ਇਹਨੂੰ ਮੈਂ ਤੁਹਾਡੇ ਸਾਈਡ ਤੇ ਇੱਥੇ n upon t ਯਾਨੀ ਕਿ ਨੰਬਰ ਆਫ ਫੋਟੋਨਸ ਪਰ ਯੂਨਿਟ ਟਾਈਮ ਨੂੰ ਮੈਂ ਸਮਾਲ n ਲਿਖ ਦਿੰਦਾ, ਕੈਪੀਟਲ N upon t, ਇਹਦਾ ਨਾਮ ਹੀ ਰੱਖ ਦੇਣਾ ਨੰਬਰ ਆਫ ਫੋਟੋਨਸ ਪਰ ਯੂਨਿਟ ਟਾਈਮ। ਕਿੰਨੇ ਫੋਟੋਨ ਜਿਹੜੇ ਰੇਡੀਏਟ ਕੀਤੇ ਪਰ ਯੂਨਿਟ ਟਾਈਮ ਦੇ ਵਿੱਚ ਉਹਨਾਂ ਦੀ ਵੈਲਿਊ ਆਏ। ਤਾਂ ਇਹਨੂੰ ਮੈਂ ਸਮਾਲ n ਲਿਖਾਂ ਤਾਂ ਪਾਵਰ ਕਿੰਨੀ ਆ ਗਈ, ਪਾਵਰ ਆ ਗਈ ਸਮਾਲ n ਟਾਈਮਸ ਇੱਕ ਫੋਟੋਨ ਦੀ એનર્ਜੀ ਆਫ 1 ਫੋਟੋਨ, ਠੀਕ ਹੈ ਨਾ, n ਟਾਈਮਸ h nu ਜਾਂ એનર્ਜੀ ਆਫ ਈਚ ਫੋਟੋਨ, ਇੱਕ ਫੋਟੋਨ ਦੀ એનર્ਜੀ। ਬੜੀ ਵਾਰ ਤੁਹਾਨੂੰ ਸਵਾਲ ਆਊਗਾ, ਆਹ ਸਵਾਲ ਤੁਹਾਨੂੰ ਪੇਪਰ 'ਚ ਆਊਗਾ, ਨੂਮੈਰੀਕਲ ਪਏ ਵੀ ਆ ਤੁਹਾਡੇ ਅਸਾਈਨਮੈਂਟ 'ਚ ਵੀ ਪਏ ਆ, ਤੁਹਾਨੂੰ ਪੁੱਛੂਗਾ ਨੰਬਰ ਆਫ ਫੋਟੋਨਸ ਪਰ ਯੂਨਿਟ ਟਾਈਮ ਕਿੰਨੇ ਉਹਦੇ ਚੋਂ ਲਾਈਟ ਚੋਂ ਲੰਘੇ, ਤਾਂ ਤੁਸੀਂ ਪਾਵਰ ਡਿਵਾਈਡ ਬਾਈ ਇੱਕ ਫੋਟੋਨ ਦੀ એનર્ਜੀ ਕਰ ਦਿਓ, ਤੁਹਾਨੂੰ ਆਨਸਰ ਮਿਲ ਜਾਏਗਾ। ਦਿਸ ਇਜ਼ ਵੈਰੀ ਇੰਪੋਰਟੈਂਟ ਰਿਲੇਸ਼ਨ ਫॉर ਪਾਵਰ। ਇਹ ਪਾਵਰ ਰੇਡੀਏਟਡ ਬਾਈ ਲਾਈਟ ਦਾ ਬਹੁਤ ਇੰਪੋਰਟੈਂਟ ਰਿਲੇਸ਼ਨ ਆ। n ਦਾ ਵੈਲਿਊ ਤੁਹਾਨੂੰ ਪੁੱਛੀ ਜਾਂਦੀ, ਜੇ n ਦੇਤਾ ਜਾਂ ਇਹਨੂੰ ਆਪਾਂ ਇਦਾਂ ਵੀ ਲਿਖ ਸਕਦੇ ਹਾਂ, ਦੇਖੋ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ, ਇਹਨੂੰ ਕੈਪੀਟਲ N upon T ਟਾਈਮਸ h nu ਵੀ ਲਿਖ ਸਕਦੇ ਹੋ, ਉੱਪਰ ਵਾਲੀ ਫਾਰਮੂਲਾ ਮੈਂ ਦੁਬਾਰਾ ਰਿਪੀਟ ਕਰਤਾ ਆਹ ਵਾਲਾ, ਠੀਕ ਆ। ਆਹ ਜਿਹੜੀ ਚੀਜ਼ ਹੈ ਇਹਦਾ ਖਾਸ ਖਿਆਲ ਰੱਖਿਓ, ਇਹਦੇ ਨਾਲ ਤੁਹਾਡੇ ਨੂਮੈਰੀਕਲ ਜਿਹੜੇ ਹੈਗੇ ਉਹ ਸੋਲਵ ਹੋਣਗੇ। ਓਕੇ, ਇਹ ਤਾਂ ਪਹਿਲੀ ਗੱਲ ਸੀ। ਇਹ ਤੇ ਜਸਟ ਇੰਨੀ ਗੱਲ ਸੀ ਵੀ ਇੱਥੋਂ ਸਟਾਰਟ ਕਰਕੇ ਤੁਸੀਂ ਇੱਥੇ ਵੀ ਖਤਮ ਕਰ ਸਕਦੇ ਹੋ, ਪਾਵਰ ਹੁੰਦੀ ਕੀ ਆ, ਲਾਈਟ ਕਿੰਨੀ ਪਾਵਰ ਰੇਡੀਏਟ ਕਰਦੀ ਆ, ਆਪਾਂ ਉਹਦੀ ਵੈਲਿਊ ਬੜੀ ਆਸਾਨੀ ਨਾਲ ਫਾਈਂਡ ਕਰ ਸਕਦੇ। ਅਗਲੀ ਸਟੋਰੀ ਤੇ ਚੱਲਦੇ ਹਾਂ, ਰੇਡੀਏਸ਼ਨ ਪ੍ਰੈਸ਼ਰ, ਰੇਡੀਏਸ਼ਨ ਫੋਰਸ ਐਂਡ ਰੇਡੀਏਸ਼ਨ ਪ੍ਰੈਸ਼ਰ। ਹੁਣ ਲਾਈਟ ਇਨਸੀਡੈਂਟ ਕੀਤੀ ਸਰਫੇਸ ਤੇ, ਠੀਕ ਆ, ਉਹ ਚ ਫੋਟੋਨ ਆਏ, ਕਿੰਨੇ n ਫੋਟੋਨ ਇੱਕ ਸੈਕਿੰਡ ਦੇ ਵਿੱਚ ਆ ਕੇ ਉਹ ਸਰਫੇਸ ਤੇ ਵੱਜੇ, ਤਾਂ ਸਰਫੇਸ ਦੇ ਫੋਰਸ ਲਾਇਆ ਉਹਨਾਂ ਨੇ, ਸਰਫੇਸ ਤੇ ਫੋਰਸ ਵੀ ਲਾਇਆ, ਪ੍ਰੈਸ਼ਰ ਵੀ ਫੀਲ ਕੀਤਾ ਸਰਫੇਸ ਤੇ, ਕਿਉਂਕਿ ਫੋਰਸ ਪਰ ਯੂਨਿਟ ਏਰੀਆ ਪ੍ਰੈਸ਼ਰ ਹੁੰਦਾ। ਤਾਂ ਰੇਡੀਏਸ਼ਨ ਪ੍ਰੈਸ਼ਰ ਔਰ ਰੇਡੀਏਸ਼ਨ ਫੋਰਸ, ਰੇਡੀਏਸ਼ਨ ਕਿਸੇ ਸਰਫੇਸ ਤੇ ਇਨਸੀਡੈਂਟ ਕੀਤੀ, ਫॉर एग्जांपल ਤੁਸੀਂ ਧੁੱਪ 'ਚ ਖੜ ਗਏ ਨਾ ਹੱਥ ਕਰਕੇ, ਤਾਂ ਤੁਹਾਡੇ ਹੱਥ ਤੇ ਜਿਹੜੀ ਲਾਈਟ ਆ ਰਹੀ ਆ, ਤੁਸੀਂ ਐ ਨਾ ਸਮਝਿਓ ਵੀ ਉਹ ਲਾਈਟ ਫੋਰਸ ਨਹੀਂ ਲਗਾ ਰਹੀ ਤੁਹਾਡੇ। ਸਰ ਤੁਸੀਂ ਮਿਊਟ ਹੋਏ ਪਏ ਹੋ ਜੀ। ਤਾਂ ਪੁੱਤਰੋ ਇਸ ਤੋਂ ਬਾਅਦ ਇੱਕ ਟੌਪਿਕ ਲਿਖੋ ਰੇਡੀਏਸ਼ਨ ਫੋਰਸ। ਇਹ ਸਪੈਸੀਫਿਕ ਟੌਪਿਕ ਆ, ਰੇਡੀਏਸ਼ਨ ਫੋਰਸ ਥਿਊਰੀ 'ਚ ਕਰਾਇਆ ਨਹੀਂ ਹੋਇਆ, ਰੇਡੀਏਸ਼ਨ ਫੋਰਸ ਥਿਊਰੀ 'ਚ ਕਰਾਇਆ ਨਹੀਂ ਹੋਇਆ, ਧਿਆਨ ਰੱਖਿਓ, ਠੀਕ ਆ। ਖਾਸ ਟੌਪਿਕ ਆ, ਸੌਖਾ ਹੀ ਆ, ਕੋਈ ਬੜਾ ਮੁਸ਼ਕਲ ਨਹੀਂ। ਰੇਡੀਏਸ਼ਨ ਫੋਰਸ, ਪਹਿਲਾਂ ਰੇਡੀਏਸ਼ਨ ਫੋਰਸ ਦੀ ਗੱਲ ਕਰਾਂਗੇ, ਠੀਕ ਆ, ਫਿਰ ਰੇਡੀਏਸ਼ਨ ਪ੍ਰੈਸ਼ਰ ਦੀ ਗੱਲ ਕਰਾਂਗੇ। ਇਹਦੇ ਵਿੱਚ ਦੋ ਕੇਸ ਆ ਬੇਟਾ, ਇੱਕ ਕੇਸ ਦੇ ਵਿੱਚ ਰੇਡੀਏਸ਼ਨਸ ਜਿਹੜੀਆਂ ਉਹ ਨਾਰਮਲੀ ਫਾਲ ਕਰਨੀਆਂ ਚਾਹੀਦੀਆਂ ਪਰਪੈਂਡੀਕੂਲਰ, ਇਦਾਂ ਆਉਂਦੀਆਂ, ਔਰ ਸਰਫੇਸ ਜਿਹੜਾ ਉਹ ਰਿਫਲੈਕਟਿੰਗ ਸਰਫੇਸ ਆ। ਦੇਖੋ ਸਰਫੇਸ ਦੋ ਤਰ੍ਹਾਂ ਦੇ ਹੋ ਸਕਦੇ ਆ, ਇੱਕ ਸਰਫੇਸ ਪਿਓਰਲੀ ਰਿਫਲੈਕਟਿੰਗ ਸਰਫੇਸ, ਫॉर एग्जांपल ਮਿਰਰ ਦਾ ਸਰਫੇਸ, ਉਹ ਤੇ ਲਾਈਟ ਜਮਾਂ ਸਿੱਧੀ ਆਈ, ਇਦਾਂ ਡਿੱਗੀ, ਜਦੋਂ ਲਾਈਟ ਪਰਪੈਂਡੀਕੂਲਰ ਸਿੱਧੀ ਉਹਦੇ ਤੇ ਸਰਫੇਸ ਤੇ ਆਈ, ਠੀਕ ਆ, ਤਾਂ ਉਹਦੇ ਨਾਲ ਕੀ ਹੋਇਆ, ਉਹ ਤੇ ਫੋਰਸ ਜਿਹੜਾ ਲੱਗਿਆ ਉਹਦੀ ਵੈਲਿਊ ਫਾਈਂਡ ਕਰਾਂਗੇ, ਰੇਡੀਏਸ਼ਨ ਫੋਰਸ ਐਂਡ ਰੇਡੀਏਸ਼ਨ ਪ੍ਰੈਸ਼ਰ, ਦੋ ਚੀਜ਼ਾਂ ਫਾਈਂਡ ਕਰਨੀਆਂ, ਐਂਡ ਪਾ ਕੇ ਲਿਖ ਦੇਣਾ ਐਂਡ ਰੇਡੀਏਸ਼ਨ ਪ੍ਰੈਸ਼ਰ। ਰੇਡੀਏਸ਼ਨ ਨੇ ਫੋਰਸ ਕਿੰਨਾ ਲਗਾਇਆ ਉੱਥੇ, ਔਰ ਰੇਡੀਏਸ਼ਨ ਨੇ ਉੱਥੇ ਪ੍ਰੈਸ਼ਰ ਕਿੰਨਾ ਐਗਜ਼ਰਟ ਕੀਤਾ, ਵੀ ਵਿਲ ਫਾਈਂਡ ਇਟ, ਅਸੀਂ ਇਹ ਗੱਲ ਫਾਈਂਡ ਕਰਾਂਗੇ। ਓਕੇ, ਦੂਜਾ ਕੇਸ ਆ, ਪਹਿਲਾ ਤਾਂ ਹੈਗਾ ਰਿਫਲੈਕਟਿੰਗ ਸਰਫੇਸ ਦਾ, ਦੂਜਾ ਰਿਫਰੈਕਟਿੰਗ ਸਰਫੇਸ ਦਾ। ਰਿਫਰੈਕਟਿੰਗ ਸਰਫੇਸ ਜਿਹੜਾ ਹੁੰਦਾ, ਰਿਫਰੈਕਟਿੰਗ ਸਰਫੇਸ ਹੁਣ ਤੁਹਾਨੂੰ ਪਤਾ ਸਾਰਿਆਂ ਨੂੰ, ਐਬਜ਼ੌਰਬਿੰਗ ਬੈਟਰ ਵਰਡ ਆ, ਪਰਫੈਕਟਲੀ ਐਬਜ਼ੌਰਬਿੰਗ ਸਰਫੇਸ, ਲਾਈਟ ਆਵੇ ਰਿਫਲੈਕਟ ਨਾ ਹੋਵੇ, ਸਾਰੀ ਦੀ ਸਾਰੀ ਐਬਜ਼ੌਰਬ ਕਰ ਲਵੇ ਸਰਫੇਸ, ਖਾ ਜਵੇ ਲਾਈਟ ਨੂੰ। ਤਾਂ ਤੁਹਾਨੂੰ ਇਹ ਦੋ ਹੀ ਤਰ੍ਹਾਂ ਦੇ ਸਵਾਲ ਆਉਣੇ ਆ, ਔਰ ਦੋਨਾਂ ਦੇ ਜਿਹੜੇ ਫੋਰਸ ਤੇ ਰੇਡੀਏਸ਼ਨ ਪ੍ਰੈਸ਼ਰ ਵਾਲੇ ਫਾਰਮੂਲੇ ਆ, ਇਹਨਾਂ 'ਚ ਫਰਕ ਆ, ਮਾੜਾ ਜਿਹਾ ਫਰਕ ਆ, ਇੱਕ ਦੇ ਆਪਾਂ ਡਿਟੇਲ 'ਚ ਕਰਾਂਗੇ, ਦੂਜੇ ਦੇ ਸ਼ਾਰਟਕਟ ਸਿਮਿਲਰਲੀ ਕਰਕੇ ਨਾ ਮਾੜਾ ਮੋਟਾ ਡਿਫਰੈਂਸ ਆ, ਉਹ ਐਕਸਪਲੇਨ ਕਰ ਦੂੰਗਾ, ਫਾਰਮੂਲੇ ਦਾ ਧਿਆਨ ਰਹਿ ਜਾਂਦਾ ਫਿਰ, ਠੀਕ ਆ। ਆ ਜਾਓ, ਤਾਂ ਪਹਿਲਾਂ ਤਾਂ ਰੇਡੀਏਸ਼ਨ ਫੋਰਸ ਦੀ ਗੱਲ ਕਰਾਂਗੇ, ਫਿਰ ਆਪਾਂ ਰੇਡੀਏਸ਼ਨ ਪ੍ਰੈਸ਼ਰ ਦੀ ਗੱਲ ਕਰਾਂਗੇ। ਪਹਿਲਾਂ ਆਪਾਂ ਰੇਡੀਏਸ਼ਨ ਫੋਰਸ ਦੀ ਗੱਲ ਕਰਾਂਗੇ, ਫਿਰ ਆਪਾਂ ਰੇਡੀਏਸ਼ਨ ਪ੍ਰੈਸ਼ਰ ਦੀ ਗੱਲ ਕਰਾਂਗੇ। ਫੋਰਸ ਹੁੰਦਾ ਚੇਂਜ ਇਨ ਮੋਮੈਂਟਮ ਅਪਨ ਟਾਈਮ ਟੇਕਨ, ਮੇਰੇ ਕੋਲ ਕੋਈ ਨਵੀਂ ਚੀਜ਼ ਨਹੀਂ ਗੀ, ਫੋਰਸ ਹੁੰਦਾ ਚੇਂਜ ਇਨ ਮੋਮੈਂਟਮ ਅਪਨ ਟਾਈਮ ਟੇਕਨ। ਮੋਮੈਂਟਮ ਦੇ ਵਿੱਚ ਨਿਊਟਨ ਦਾ ਸੈਕੰਡ ਲਾਅ ਆ, ਠੀਕ ਆ, ਚੇਂਜ ਇਨ ਮੋਮੈਂਟਮ ਪਰ ਯੂਨਿਟ ਟਾਈਮ, ਮੋਮੈਂਟਮ ਦੇ ਵਿੱਚ ਚੇਂਜ, ਹੁਣ ਮੋਮੈਂਟਮ ਕਿਹਦਾ ਚੇਂਜ ਹੋਣਾ,
ਧਿਆਨ ਨਾਲ ਸੁਣ ਲਿਓ ਗੱਲ ਨੂੰ, ਜਦੋਂ ਫੋਟੋਨ ਆ ਕੇ ਸਰਫੇਸ ਤੇ ਵੱਜਣਗੇ ਤਾਂ ਸਰਫੇਸ ਦਾ ਮੋਮੈਂਟਮ ਚੇਂਜ ਕਰਨਗੇ। ਸਮਝ ਆ ਰਹੀ ਗੱਲ ਕਿ ਨਹੀਂ ਆ ਰਹੀ? ਤਾਂ ਆਪਾਂ ਪਤਾ ਇਹ ਕਰਨਾ ਵੀ ਸਰਫੇਸ ਦਾ ਮੋਮੈਂਟਮ ਜਿਹੜਾ ਚੇਂਜ ਹੋਇਆ ਯੂਨਿਟ ਟਾਈਮ 'ਚ ਕਿੰਨਾ ਚੇਂਜ ਹੋਇਆ। ਠੀਕ ਆ, ਹਾਲਾਂਕਿ ਸਰਫੇਸ ਨੇ ਮੂਵ ਨਹੀਂ ਕਰ ਜਾਣਾ। ਮੈਂ ਇੱਕ ਸਿੰਪਲ ਜਿਹਾ ਐਗਜ਼ਾਮਪਲ ਦੇਵਾਂ ਤੁਹਾਨੂੰ, ਤਾਂ ਬੇਸਿਕਲੀ ਜਿੱਦਾਂ ਮੰਨ ਲਓ ਬਾਲ ਮਾਰਦੇ ਸੀ ਦੀਵਾਰ ਤੇ, ਤਾਂ ਦੀਵਾਰ ਥੋੜੀ ਡਿੱਗ ਜਾਂਦੀ ਸੀ ਉਹਦੇ ਨਾਲ। ਠੀਕ ਆ, ਬਾਲ ਵਾਪਸ ਆ ਜਾਂਦੀ ਸੀ। ਆਪਾਂ ਦੇਖਦੇ ਸੀ ਵੀ ਹਾਂ ਬਈ ਮੋਮੈਂਟਮ ਚੇਂਜ ਇਨ ਮੋਮੈਂਟਮ ਬਾਲ ਦਾ ਕਿੰਨਾ, ਜਿੰਨਾ ਬਾਲ ਦਾ ਮੋਮੈਂਟਮ 'ਚ ਚੇਂਜ ਹੁੰਦਾ ਉਹਦਾ ਨੈਗੇਟਿਵ ਜਿਹੜਾ ਹੁੰਦਾ ਸੀ ਉਹ ਆਪਾਂ ਦੀਵਾਰ ਦਾ ਕਹਿ ਦਿੰਦੇ ਸੀ। ਠੀਕ ਹੈ ਨਾ, ਏਦਾਂ ਹੀ ਕਰਦੇ ਹੁੰਦੇ ਸੀ ਆਪਾਂ, ਹੁਣ ਵੀ ਆਪਾਂ ਏਦਾਂ ਹੀ ਕਰਨਾ। ਠੀਕ ਆ, ਮਾਈਨਸ ਸਾਈਨ ਲਾ ਕੇ, ਕੁਛ ਨਹੀਂ, ਕੋਈ ਵੱਡਾ ਕੰਮ ਹੈ ਨਹੀਂ। ਠੀਕ ਆ, ਉਹ ਚੇਂਜ ਇਨ ਮੋਮੈਂਟਮ ਆਪਾਂ ਟਾਈਮ ਟੇਕਨ ਕਰਾਂਗੇ, ਰੇਡੀਏਸ਼ਨ ਫੋਰਸ ਮਿਲ ਤੇ ਪ੍ਰੈਸ਼ਰ ਹੁੰਦਾ ਫੋਰਸ ਅਪਨ ਏਰੀਆ। ਇਹ ਤਾਂ ਬੜਾ ਸੌਖਾ, ਜੇ ਰੇਡੀਏਸ਼ਨ ਫੋਰਸ ਮਿਲ ਗਿਆ ਤੇ ਰੇਡੀਏਸ਼ਨ ਪ੍ਰੈਸ਼ਰ ਤਾਂ ਬੜਾ ਸੌਖਾ ਮਿਲ ਗਿਆ। ਇਹ ਉਹੀ ਚੈਪਟਰ +1 ਵਾਲੇ, ਕੋਈ ਨਵੀਂ ਚੀਜ਼ ਨਹੀਂ ਗੀ। ਠੀਕ ਹੈ ਨਾ ਬੇਟਾ, ਜਸਟ ਇੱਥੇ ਨਵੀਂ ਤਾਂ ਲੱਗਦੀ ਵੀ ਬੰਦਾ ਸੋਚਦਾ ਵੀ ਲਾਈਟ ਵੀ ਕਿਸੇ ਸਰਫੇਸ ਦੇ ਉੱਤੇ ਫੋਰਸ ਲਗਾਉਂਦੀ ਹੈ, ਕਿ ਲਾਈਟ ਵੀ ਕਿਸੇ ਸਰਫੇਸ ਤੇ ਪ੍ਰੈਸ਼ਰ ਲਗਾਉਂਦੀ ਆ। ਤਾਂ ਜਵਾਬ ਹੈਗਾ ਹਾਂ। ਸਮਝ ਆ ਰਹੀ ਨਾ ਗੱਲ? ਲਾਈਟ ਜਦੋਂ ਕਿਸੇ ਸਰਫੇਸ ਤੇ ਨਾਰਮਲੀ ਇਨਸੀਡੈਂਸ ਕਰਦੀ, ਟੇਢੀ ਵੀ ਆਊਗੀ ਪਰ ਟੇਢੀ ਦੀ ਕੈਲਕੂਲੇਸ਼ਨ ਹੈ ਨਹੀਂ ਸਾਡੇ ਲੈਵਲ ਤੇ। ਨਾਰਮਲੀ ਜਦੋਂ ਇਨਸੀਡੈਂਸ ਕਰੂਗੀ, ਰਿਫਲੈਕਟਿੰਗ ਸਰਫੇਸ ਤੇ ਫੋਰਸ ਪ੍ਰੈਸ਼ਰ ਦਾ ਅਲੱਗ ਫਾਰਮੂਲਾ, ਐਬਜ਼ੌਰਬਿੰਗ ਸਰਫੇਸ ਵਾਸਤੇ ਫੋਰਸ ਪ੍ਰੈਸ਼ਰ ਦਾ ਅਲੱਗ ਫਾਰਮੂਲਾ। ਓਕੇ, ਤਾਂ ਬੇਟਾ ਇਹਦੇ ਵਿੱਚ ਕੇਸ ਨੰਬਰ 1 ਕਰਿਓ। ਕੇਸ ਨੰਬਰ 1 ਲਿਖਿਓ। When radiations are falling normally on a perfectly reflecting surface, when radiations are falling normally on, when radiations are falling normally on a perfectly reflecting surface, on a perfectly reflecting surface, on a perfectly reflecting surface, अंडरलाइन कर लो इस चीज ਨੂੰ। When radiations are falling normally on a perfectly reflecting surface, ठीक है। तो बेटा ध्यान नाल सुन लो, फोर्स का फार्मूला की हुंदा, डेल्टा पी अपॉन डेल्टा टी। ठीक है, फोर्स रेडिएशन फोर्स F इज इक्वल टू रेडिएशन फोर्स, कुछ नहीं, को नवा लंबा चौड़ा कम नहीं, दिस इज इक्वल टू डेल्टा स्मॉल पी है, कैपिटल ना पा दो इनू, चेंज इन मोमेंटम अपॉन टाइम टेकन। ठीक है, प्रेशर नहीं गा किते कहो भी चेंज इन प्रेशर अपॉन टाइम टेकन लिखता सर ने, डेल्टा पी अपॉन डेल्टा टी, पी स्मॉल पायो। ठीक है, चेंज इन मोमेंटम अपॉन टाइम टेकन। हुण मोमेंटम दे विच कितना चेंज हुंदा, मोमेंटम दे विच कितना चेंज हुंदा पुत्रो, ध्यान नाल सुन लियो। नॉर्मली करदे P2 माइनस P1, P2 फाइनल ते P1 इनिशियल। ध्यान नाल सुन लो, रेडिएशन फोर्स देखो आ सरफेस आ, देखियो इधर मैं नॉर्मल जी गल करा तुहाडे नाल। ठीक है, कॉम्प्लीकेटेड नहीं, जमा सिंपल आ, तुसीं सिंपली समझ लोगे। ठीक है, आ रेडिएशन आ रही इत्थे फॉल कर रही, तां रेडिएशन फॉल करन तो बाद रिफ्लैक्ट कर गई, तो जांदियां होया मोमेंटम P1 सी, आउंदियां होया वापस आउंदियां होया रिफ्लैक्ट करन तो बाद जांदियां होया मोमेंटम वो बॉल वाला हिसाब हो गया, जांदियां होया P1 वैक्टर सी, आउंदियां होया P2 वैक्टर हो गया, तो माइनस का साइन लगूगा, वैक्टर मैं लाउंदा नहीं। ठीक है, एक माइनस लग जूगा भी आ डायरेक्शन जे पॉजिटिव आ तुहाडी, तो ऑटोमैटिकली जिहड़ी रिवर्स डायरेक्शन है दैट इज नेगेटिव, वो डायरेक्शन नेगेटिव आ। ओके, फाइनल माइनस इनिशियल करोगे तो माइनस P2 प्लस P1 यानी कि P1 माइनस P2। फॉलो कर रहे गल नूं कि नहीं कर रहे? ओ ओके कि नहीं ओके? यस सर। ठीक है ना, चलो एक गल सुन लो, आ जाओ ध्यान नाल सुनो गल नूं। मैं मोमेंटम च चेंज लिखना, दैट इज इक्वल टू P2 माइनस P1, P2 माइनस P1। ठीक है, जो भी वैल्यू होगी वो आप इत्थे पुट करेंगे, मोमेंटम अपॉन टाइम टेकन कितना, डेल्टा टी। P2 मोमेंटम आ, तो मोमेंटम कितना पढ़िया तुसीं, पढ़िया किते? सिंस मोमेंटम एक फोटोन का मोमेंटम हुंदा h बाय लैम्डा, पढ़ाया तुहानूं कल परसों सैटरडे नूं जिहड़ा लैक्चर होया सी उह च दस्सिया सी मैं, मोमेंटम हुंदा h बाय लैम्डा।
ठीक है ना। फर्क की पऊगा देखो, प्योरली रिफ्लैक्टिंग सरफेस आ ते जिन्ने फोटोन आए सेम स्पीड दे नाल वापस चले गए। ਇਹਦਾ मतलब ਜਾਂਦਿਆਂ मोमेंटम तो आउंदिया होया मोमेंटम सेम आ। ठीक है, कला माइनस का फर्क आ। फिर अगली गल ये भी ये तो मोमेंटम ਦੇ ਵਿੱਚ ਚੇਂਜ ਕਿਹਦੇ ਆ, दिस इज चेंज इन मोमेंटम ऑफ द फोटोन। ਅਸੀਂ रेडिएशन फोर्स ਕਿਹਦੇ ਤੇ पता करना, वॉल ते, ऑन द वॉल। ਇਹਦਾ मतलब वॉल ਦੇ मोमेंटम ਚ ਕਿੰਨਾ ਚੇਂਜ ਆਇਆ, ਤਾਂ वॉल ਤਾਂ ਹਿੱਲੀ ਨਹੀਂ ਜੀ ਬੱਚੇ ਕਹਿੰਦੇ, वॉल नहीं हिलनी ਮੰਨਦੇ ਆ, ਪਰ ਜਿੰਨਾ मोमेंटम ਦੇ ਵਿੱਚ ਦੇਖੋ ਕੰਜ਼ਰਵੇਸ਼ਨ ਆਫ मोमेंटम ਲੱਗਣਾ, ਪੜਿਆ ਆਪਾਂ ਪਹਿਲਾਂ ਵੀ। ਤਾਂ ਕੰਜ਼ਰਵੇਸ਼ਨ ਆਫ मोमेंटम ਕੀ ਕਹਿੰਦਾ, ਫੋਟੋਨ ਦੇ मोमेंटम ਚ ਜਿੰਨਾ ਚੇਂਜ ਆਇਆ ਉਹਦਾ ਨੈਗੇਟਿਵ ਕਰ ਦੋ, that is the change in momentum of the wall and we have to find out that one। ਸਮਝ ਆ ਰਹੀ ਗੱਲ ਕਿ ਨਹੀਂ ਆ ਰਹੀ। ਤਾਂ मोमेंटम ਦੇ ਵਿੱਚ ਚੇਂਜ ਜਿਹੜਾ ਉਹਦਾ ਨਾਲ ਮੋਰੇ ਮਾਈਨਸ ਦਾ ਜੇ ਸਾਈਨ ਲਗਾ ਦਾਂ ਤਾਂ then this will be the radiation force on the wall। ਇਹ wall ਤੇ radiation force on the surface ਕਰੋ, wall ਦੀ ਬਜਾਏ on the surface ਤੇ radiation force ਕਿੰਨਾ ਲੱਗਿਆ, ਮਾਈਨਸ ਸਾਈਨ ਮੈਂ ਬਾਹਰ ਲਾਤਾ। फॉलो कर रहे गल नूं कि नहीं कर रहे, माइनस साइन में बाहर लाता। हाँ बोल सर ये माइनस वाला दोबारा बता दो। चलो एक बार रोको, ਆਪਾਂ ਲਾਉਂਦੇ ਨਹੀਂ ਮਾਈਨਸ, ਬਸ ਛੱਡ ਦੇ, ਇੱਕ ਵਾਰ ਬਾਅਦ ਚ ਦੇਖਾਂਗੇ। ਅੱਛਾ P2 ਦੀ ਵੈਲਿਊ ਕਿੰਨੀ ਹੈ ਮੈਨੂੰ ਇਹ ਦੱਸੋ। ਜੇ ਆ ਵਾਲੀ ਪੋਜ਼ਿਟਿਵ h ਬਾਈ ਲੈਮਡਾ ਉਧਰ ਨੂੰ, ਇਧਰ ਵਾਲੀ ਨੈਗੇਟਿਵ h ਬਾਈ ਲੈਮਡਾ, P ਦੀ ਵੈਲਿਊ h ਬਾਈ ਲੈਮਡਾ, ਜੇ ਉਧਰ ਨੂੰ ਪੋਜ਼ਿਟਿਵ ਆ ਤਾਂ ਇਧਰ ਵੱਲ ਨੂੰ ਕੀ ਹੋਊਗਾ, ਆ ਤਾਂ ਹੋਊਗਾ ਪਲੱਸ ਦਾ h ਬਾਈ ਲੈਮਡਾ, आ होगा माइनस का h बाय लैम्डा। आ तो क्लियर है ना, यस माइनस h बाय लैम्डा माइनस, नहीं गड़बड़ हुई है कोई, P1 माइनस P2 माइनस, फिर माइनस, सॉरी हाँ ठीक है सही है, माइनस h बाय लैम्डा माइनस प्लस h बाय लैम्डा। हाँ मैं इदा लिखा। और नंबर ऑफ फोटोन किन्ने आ, ध्यान नाल सुन लो गल नूं। ਆਪਾਂ ਇਹ ਮੰਨਦੇ ਵੀ ਟੋਟਲ ਨੰਬਰ ਆਫ ਫੋਟੋਨਸ ਡੈਲਟਾ ਟੀ ਟਾਈਮ ਦੇ ਵਿੱਚ ਆਏ ਕੈਪੀਟਲ N, ਤਾਂ ਕੈਪੀਟਲ N ਨਾਲ ਇਹਨੂੰ ਮਲਟੀਪਲਾਈ ਵੀ ਕਰਨਾ। ਇੱਕ ਫੋਟੋਨ ਦਾ ਮੋਮੈਂਟਮ ਹੈ h ਬਾਈ ਲੈਮਡਾ, n ਫੋਟੋਨ ਦਾ ਮੋਮੈਂਟਮ nh ਬਾਈ ਲੈਮਡਾ, ਇੱਥੇ ਵੀ ਕਿੰਨਾ ਆ ਜਾਊਗਾ n ਟਾਈਮਸ h ਬਾਈ ਲੈਮਡਾ। ਮਾਈਨਸ ਫੇਰ ਦੇਖਦੇ ਆ, ਠੀਕ ਆ, ਮਾਈਨਸ ਫालतू ਬਣ ਰਿਹਾ ਹੁਣ, ਦੇਖੋ ਇਹ ਮਾਈਨਸ ਤੁਹਾਨੂੰ ਦੱਸ ਦੂੰਗਾ ਮੈਂ, ਠੀਕ ਆ। मैं ये गल कर रहा तुहाडे नाल भी ये कितना आ गया हुण देखो, माइनस माइनस ये नैगेटिव बाहर आ गया मेरे को, ओके ये नैगेटिव बाहर आ गया। मैं ब्रैकेट जिहड़ा हैगा इहदे विच आ 1 ते 1 कितना हो गया 2, माइनस 2 NH बाय लैम्डा डिवाइड बाय डेल्टा टी, माइनस 2 NH बाय लैम्डा डिवाइड बाय डेल्टा टी। डेल्टा टी लिख लो, टी लिख लो, कोई इशू नहीं। दिस इज द फोर्स। हुण ध्यान नाल सुन लो मैं जिहड़ी गल कह रहा, देखो ये मोमेंटम दे विच किहदे चेंज आ मैनूं ये दसो। P2 माइनस P1, P2 फोटोन दा मोमेंटम आ ते P1 भी फोटोन दा मोमेंटम आ। सो दिस इज द चेंज इन मोमेंटम ऑफ फोटोन। और जे मोमेंटम ऑफ फोटोन, फोटोन दे मोमेंटम च चेंज आया तो फोर्स भी फिर फोटोन ते ही लग्या। हुण कहानी ये आ कि जे ये फोर्स फोटोन दा ते फिर सरफेस ते कितना फोर्स लग्या, फोटोन ते फोर्स लग्या इधर वाल नूं ते सरफेस ते किधर नूं लग्या, उधर वाल नूं। तां एक डिफरेंस नेगेटिव दा है कि नहीं है, बोल भी मच। यस नेगेटिव तां करके मैं इत्थे सरफेस लिखिया ना जदों, तां मैं एक माइनस दा साइन इत्थे एडजस्ट कीता भी मैं तां फोर्स कित्थे पता करना, रेडिएशन दा फोर्स सरफेस ते पता करना। ਤੇ ਰੇਡੀਏਸ਼ਨ ਦਾ ਫੋਰਸ ਸਰਫੇਸ ਤੇ ਕਿੰਨਾ, ਉਹਦੇ ਵਾਸਤੇ ਸਰਫੇਸ ਦੇ ਮੋਮੈਂਟਮ 'ਚ ਚੇਂਜ ਦੇਖਣਾ ਪਊ। ਤਾਂ ਮੈਨੂੰ ਜਿਹੜਾ ਮੋਮੈਂਟਮ ਦੇ ਵਿੱਚ ਚੇਂਜ ਫੋਟੋਨ ਦੇ ਆਇਆ ਉਹਦੇ ਨਾਲ ਮੋਰੇ ਮਾਈਨਸ ਲਾਤਾ, ਦੈਟਸ ਇਟ। ਠੀਕ ਹੈ ਨਾ ਬੇਟਾ, ਇਹਨੂੰ ਮਾਈਨਸ ਬਾਹਰ ਕੱਢਤਾ ਮੈਂ, ਆ ਮਾਈਨਸ ਮਾਈਨਸ ਹੁਣ ਇੱਥੇ ਕੀ ਹੋ ਗਿਆ, ਅਗਲੇ ਸਟੈਪ 'ਚ ਤੁਸੀਂ ਇਹਨੂੰ ਭਾਵੇਂ ਪਲੱਸ ਕਰ ਦਿਓ, ਮੈਨੂੰ ਕੋਈ ਦਿੱਕਤ ਨਹੀਂ। ਦਿਸ ਇਜ਼ ਰੇਡੀਏਸ਼ਨ ਫੋਰਸ। ਇਹਦਾ ਫਾਰਮੂਲਾ ਮੈਂ ਦੁਬਾਰਾ ਉੱਪਰ ਸਾਫ਼ ਕਰਕੇ ਲਿਖ ਦਿੰਦਾ ਇਧਰ ਵਾਲੇ ਪਾਸੇ। देयरफॉर रेडिएशन फोर्स F इज इक्वल टू 2NH अपॉन लैम्डा डेल्टा टी। डेल्टा टी टाइम है, इनू टी भी लिख सकते हैं, लैम्डा डेल्टा टी लिख लो या लैम्डा टी लिख लो। अच्छा फिर वही कहानी देखो, नंबर ऑफ फोटॉन्स पर यूनिट टाइम ये की हुंदा, ਅਸੀਂ ਪਹਿਲਾਂ ਹੀ ਪੜਿਆ स्मॉल n ਹੁੰਦਾ, नंबर ऑफ फोटॉन्स पर यूनिट टाइम ये स्मॉल n ਹੁੰਦਾ। ਤਾਂ ਤੁਸੀਂ ਇਹਨੂੰ ਇਦਾਂ ਵੀ ਲਿਖ ਸਕਦੇ ਆ 2 small NH upon lambda, that is also 100% correct, ਉਹ ਵੀ ਸਹੀ ਆ। यस हाँ हाँ बोलो।
का वो पार्टिकल का होगा और जो पॉजिटिव है वो सरफेस का है। हाँ, अगर नेगेटिव वैल्यू है वो पार्टिकल के मोमेंटम में चेंज है, ठीक है, और जो पॉजिटिव है वो सरफेस के मोमेंटम में चेंज है। मतलब ये फोर्स सरफेस ਦਾ स्टोरी क्लियर है। मतलब बेसिकली ਅਸੀਂ ਮਾਈਨਸ ਸਾਈਨ ਛੱਡਤਾ, ਕਹਿਣ ਦਾ ਮਤਲਬ ਮੇਰਾ ਇਹ ਆ, ਤੂੰ ਪੰਜਾਬੀ ਚ ਸਮਝਣਾ, ਤੂੰ ਕੁਝ ਵੀ ਮਾਈਨਸ ਮਾਈਨਸ ਨਾ ਲਾ, ਤੂੰ ਇੱਥੇ P1 P2 ਕਰ ਦੇ, ਬਸ ਤੇਰਾ ਆਨਸਰ ਸਹੀ ਹੈ, ਇਹ ਗਲਤ ਨਹੀਂ ਗਾ। ਓਕੇ, ਇਹ ਫੋਰਸ ਆ 2NH upon lambda delta T। रेडिएशन फोर्स नोट कर लियो, रेडिएशन फोर्स अच्छा स्मॉल n ਦੀ ਵੈਲਿਊ ਕਿੰਨੀ p upon h ਨਿਊ ਪਤਾ ਕੀਤੀ ਸੀ ਆਪਾਂ ਅੱਗੇ, ਕਿਉਂ ਬਈ? ਜਾਂ ਧਿਆਨ ਨਾਲ ਸੁਣਿਓ ਗੱਲ ਨੂੰ, ਹੁਣ ਮੈਨੂੰ ਹੋਰ ਥੋੜਾ ਜਿਹਾ ਐਕਸਪਲੇਨ ਕਰਦਾ, ਮਾੜਾ ਜਿਹਾ, ਜ਼ਿਆਦਾ ਨਹੀਂ। ਮੈਨੂੰ ਸਮॉल n ਲਿਖ ਲਿਆ, ਠੀਕ ਆ, n upon delta t, ਆਹ ਵਾਲੀ ਚੀਜ਼, ਇਹਨੂੰ ਭਾਵੇਂ ਤੁਸੀਂ ਇਦਾਂ ਵੀ ਕਰ ਲਿਓ, ਠੀਕ ਆ। ਆਪਾਂ ਕੀ ਕਰਿਆ, ਆਪਾਂ f ਨੂੰ ਲਿਖਿਆ 2 small n h upon lambda, ਇਹ f ਲਿਖ ਲਿਆ ਆਪਾਂ। रेडिएशन फोर्स 2NH by lambda, साइड ਤੇ ਲਿਖ ਦਿਓ here small n is equal to number of photons per unit time। ਇਹਨੂੰ n upon delta t ਵੀ ਕਰ ਸਕਦੇ, n upon t ਵੀ ਕਰ ਸਕਦੇ, both are same thing, ਠੀਕ ਆ। as we know, ਆਪਾਂ ਹੁਣੇ ਇੱਕ ਫਾਰਮੂਲਾ ਪੜਿਆ ਸੀ, ਤੁਹਾਨੂੰ ਯਾਦ ਹੋਊਗਾ, ਪ੍ਰੈਸ਼ਰ ਕੀ ਸੀਗਾ ਉਹ, ਪਾਵਰ, ਰੇਡੀਏਟਡ ਪਾਵਰ, ਰੇਡੀਏਟਡ ਪਾਵਰ, ਉਹਨੂੰ P ਲਿਖਿਆ ਸੀ ਕੈਪੀਟਲ। ਹੁਣ ਮੇਰੇ ਕੋਲ ਇਲਾਜ ਕੋਈ ਨਹੀਂ, ਤਾਂ ਪ੍ਰੈਸ਼ਰ ਨੂੰ ਫਿਰ ਮੈਂ PR ਨਾਲ ਡਿਨੋਟ ਕਰੂੰਗਾ, ਠੀਕ ਆ। ਇਹ ਪਾਵਰ ਆ, ਇਹ ਪ੍ਰੈਸ਼ਰ ਨਹੀਂਗਾ। ਰੇਡੀਏਟਡ ਪਾਵਰ ਦਾ ਫਾਰਮੂਲਾ ਕਿੰਨਾ ਆਇਆ ਸੀ, small n times h nu, ਆ ਹੁਣੇ ਫਾਰਮੂਲਾ ਜਸਟ ਕੀਤਾ ਸੀ, n times h nu। ਇਹਨੂੰ ਮੈਂ ਕੀ ਕਰਿਆ, ਇਹਨੂੰ ਮੈਂ ਇਦਾਂ ਲਿਖਤਾ, P is equal to small n times hc by lambda। ਤੇ ਇਥੋਂ ਸਮਾਲ n ਦੀ ਵੈਲਿਊ ਫਾਈਂਡ ਕਰਕੇ ਇੱਥੇ ਪੁੱਟ ਕਰਤੀ, ਤੁਹਾਡਾ ਆਨਸਰ ਆ ਗਿਆ। ਦਿਸ ਇਜ਼ ਇਕੁਏਸ਼ਨ ਨੰਬਰ 1, ਠੀਕ ਆ। ਤਾਂ ਕੀ ਲਿਖਿਆ ਇੱਥੋਂ ਸਮਾਲ n ਫਾਈਂਡ ਕੀਤਾ, ਇਹ ਆਇਆ ਮੇਰੇ ਕੋਲੇ P lambda upon hc। ਐਕਚੁਅਲੀ ਚ ਮੈਂ ਫਾਰਮੂਲਾ ਸ਼ਾਰਟ ਜਿਹਾ ਬਣਾਉਣਾ ਚਾਹੁੰਦਾ, ਨਿੱਕਾ ਜਿਹਾ। ਤੁਹਾਨੂੰ ਰੇਡੀਏਸ਼ਨ ਪ੍ਰੈਸ਼ਰ ਦਾ ਇੱਕ ਫਾਰਮੂਲਾ ਦੇ ਦੂੰਗਾ, ਇੱਕ ਫੋਰਸ ਦਾ, ਤੁਸੀਂ ਉਹ ਫਾਰਮੂਲਾ ਡਾਇਰੈਕਟ ਯੂਜ਼ ਕਰ ਲਿਓ, ਤੁਹਾਡਾ ਸਵਾਲ ਹੋ ਜਾਊਗਾ, ਜੋ ਵੀ ਕੰਪਲਿਕੇਟਡ ਨਹੀਂ ਹੋਣਾ, ਬੜਾ ਆਸਾਨ ਆਊਗਾ। ਔਰ ਜੇ ਫਾਰਮੂਲਾ ਕੀਤਾ ਨਾ ਹੋਇਆ ਫਿਰ ਤੁਹਾਨੂੰ ਔਖਾ ਲੱਗੂਗਾ। P lambda upon hc, this is small n, so we will put in equation 1। ਤਾਂ ਮੈਂ ਇੱਥੇ ਲਿਖ ਦਿੰਦਾ from 1, ਇੱਕ ਨੰਬਰ ਇਕੁਏਸ਼ਨ ਚ ਮੈਂ ਵੈਲਿਊ ਪੁੱਟ ਕੀਤੀ, ਤੇ ਮੇਰੇ ਕੋਲ ਫੋਰਸ ਕਿੰਨਾ ਆ ਗਿਆ, ਇਹ ਫੋਰਸ ਆ ਗਿਆ ਪੁੱਤਰੋ 2h by lambda, ਇਹ ਤਾਂ ਮੈਂ ਇਹਦੇ ਵਿੱਚ ਰੱਖ ਲਿਆ 2h by lambda, ਔਰ n ਦੀ ਵੈਲਿਊ ਜਿਹੜੀ ਆ ਇਹ ਮੈਂ ਪੁੱਟ ਕਰਤੀ P lambda upon hc। P lambda, P ਇੱਥੇ ਪ੍ਰੈਸ਼ਰ ਨਹੀਂਗਾ, ਧਿਆਨ ਰੱਖਿਓ, P ਕੀ ਆ, ਪਾਵਰ, hc। बेटा लैम्डा नाल लैम्डा, h नाल h कैंसल। ਤੁਹਾਡਾ ਬੜਾ ਹੀ ਇੰਟਰਸਟਿੰਗ ਜਿਹਾ ਫਾਰਮੂਲਾ ਬਣਿਆ ਰੇਡੀਏਸ਼ਨ ਫੋਰਸ ਦਾ, ਉਹ ਬਣਿਆ 2p upon c। ਦਿਸ ਇਜ਼ ਰੇਡੀਏਸ਼ਨ ਫੋਰਸ, ਔਰ p ਕੀ ਚੀਜ਼ ਆ, ਐਰੋ ਲਾ ਕੇ ਲਿਖ ਲਿਓ, p ਹੈਗੀ ਹੈ ਪਾਵਰ ਰੇਡੀਏਟਡ, ਟੋਟਲ ਪਾਵਰ ਰੇਡੀਏਟਡ। ਜਿੰਨੇ ਵੀ ਫੋਟੋਨ ਆ, ਕਿੰਨੇ ਫੋਟੋਨਸ ਨੇ, n ਫੋਟੋਨਸ, कैपिटल N, टोटल पावर रेडिएटेड बाय कैपिटल N photons, ठीक है। in a given time, in time delta t, delta t टाइम ਦੇ ਵਿੱਚ ਫੋਟੋਨਸ ਨੇ ਕਿੰਨੀ ਪਾਵਰ ਰੇਡੀਏਟ ਕੀਤੀ, ਇਹ ਉਹਦੀ ਵੈਲਿਊ ਆ। ਲਓ ਜੀ, ਇਹ ਰੇਡੀਏਸ਼ਨ ਫੋਰਸ ਦਾ ਫਾਰਮੂਲਾ ਜਦੋਂ ਰਿਫਲੈਕਟਿੰਗ ਸਰਫੇਸ ਆ, 2p upon c। p ਪ੍ਰੈਸ਼ਰ ਨਹੀਂਗਾ, p ਪਾਵਰ ਆ। एंड ਤੇ ਜੇ ਮੈਂ ਰੇਡੀਏਸ਼ਨ ਪ੍ਰੈਸ਼ਰ ਪਤਾ ਕਰਾਂ, ਰੇਡੀਏਸ਼ਨ ਪ੍ਰੈਸ਼ਰ ਨੂੰ ਮੈਂ ਸਿੰਬਲ ਨਹੀਂ ਦੇ ਰਿਹਾ, ਰੇਡੀਏਸ਼ਨ ਪ੍ਰੈਸ਼ਰ ਇਜ਼ ਇਕੁਅਲ ਟੂ, ਮੈਂ ਰੇਡੀਏਸ਼ਨ ਪ੍ਰੈਸ਼ਰ ਨੂੰ ਕੋਈ ਵੀ ਸਿੰਬਲ ਨਾਲ ਐਕਸਪਲੇਨ ਨਹੀਂ ਕਰ ਰਿਹਾ, ਮੈਂ ਸਿੰਪਲੀ ਲਿਖਿਆ ਰੇਡੀਏਸ਼ਨ ਪ੍ਰੈਸ਼ਰ, that is equal to force F upon area A, force upon area, 2p upon c हो गया, आ हो गया 2p upon c इंटू एरिया हो गया A।
ਪ੍ਰੈਸ਼ਰ ਪਰ ਯੂਨਿਟ ਏਰੀਆ ਕੀ ਹੁੰਦਾ? ਇਹ ਤੁਹਾਨੂੰ ਆਉਂਦੇ ਸਾਰੀ ਡੈਫੀਨੇਸ਼ਨ ਲਿਖਵਾਈ ਸੀ ਅੱਜ ਪਹਿਲਾ ਟੌਪਿਕ, ਇੰਟੈਂਸਿਟੀ ਆਫ ਲਾਈਟ। ਤਾਂ ਤੁਹਾਡਾ ਇਹ ਫਾਰਮੂਲਾ ਕੀ ਬਣਿਆ? ਤੁਹਾਡਾ ਇਹ ਫਾਰਮੂਲਾ ਬਣਿਆ 2 times I upon C, ਔਰ I ਕੌਣ ਆ? ਐਰੋ ਲਾ ਕੇ ਲਿਖ ਦਿਓ, ਰੇਡੀਏਸ਼ਨ ਪ੍ਰੈਸ਼ਰ ਦਾ ਫਾਰਮੂਲਾ। ਮੈਂ ਜਾਣਬੁੱਝ ਕੇ ਇਹਨੂੰ ਪੂਰਾ ਹੀ ਲਿਖ ਰਿਹਾ, ਦਿਸ ਇਜ਼ ਰੇਡੀਏਸ਼ਨ ਪ੍ਰੈਸ਼ਰ, ਔਰ ਇਹਦਾ ਫਾਰਮੂਲਾ ਹੈਗਾ 2I upon C, ਔਰ ਇਹਨੂੰ ਬਾਕਸ ਦੇ ਵਿੱਚ ਬੰਦ ਕਰਕੇ I ਨੂੰ ਐਰੋ ਲਾ ਦਿਓ, ਬਾਰ-ਬਾਰ ਲਿਖ ਦਿਓ ਇੰਟੈਂਸਿਟੀ ਆਫ ਲਾਈਟ, ਇੰਟੈਂਸਿਟੀ ਆਫ ਲਾਈਟ। ਇਹ ਲਾਈਟ ਦੀ ਬੇਟਾ ਇੰਟੈਂਸਿਟੀ ਆ। ਮੈਨੂੰ ਪੂਰੀ ਉਮੀਦ ਹੈ ਤੁਹਾਨੂੰ ਸਮਝ ਆ ਗਿਆ। 2I upon C, this is intensity of light I। ਸੋ ਰੇਡੀਏਸ਼ਨ ਫੋਰਸ ਹੁੰਦਾ 2P upon C, ਧਿਆਨ ਨਾਲ ਸੁਣਿਓ, ਰੇਡੀਏਸ਼ਨ ਫੋਰਸ ਹੁੰਦਾ 2P upon C, ਉੱਥੇ P ਹੈਗਾ ਪ੍ਰੈਸ਼ਰ, ਯਾਦ ਹੋ ਜਾਣਾ ਤੁਹਾਡੇ। ਰੇਡੀਏਸ਼ਨ ਫੋਰਸ ਹੁੰਦਾ 2P upon C, ਉੱਥੇ P ਹੈਗਾ ਰੇਡੀਏਸ਼ਨ ਪਾਵਰ ਰੇਡੀਏਟਡ, ਠੀਕ ਆ। ਫਿਰ ਰੇਡੀਏਸ਼ਨ ਪ੍ਰੈਸ਼ਰ ਹੁੰਦਾ 2I upon C, ਦੇਖੋ P ਨੂੰ I ਨਾਲ ਰਿਪਲੇਸ ਕਰ ਦਿਓ, ਤੇ I ਹੈਗੀ ਇੰਟੈਂਸਿਟੀ ਆਫ ਲਾਈਟ। ਕਿੰਨਾ ਈਜ਼ੀ ਆ, ਓਕੇ। ਮੈਨੂੰ ਪੂਰੀ ਉਮੀਦ ਹੈ ਤੁਹਾਡੇ ਕਲੀਅਰ ਆ। ਰੇਡੀਏਸ਼ਨ ਪ੍ਰੈਸ਼ਰ ਹੈਗਾ 2I upon C, ਆ ਵੀ ਸਹੀ ਆ, ਆ ਵੀ ਸਹੀ ਆ, 2P upon AC, ਦੋਨੋਂ ਹੀ ਸਹੀ ਆ, ਦੋਨਾਂ ਚ ਜਿਹੜਾ ਮਰਜ਼ੀ ਯੂਜ਼ ਕਰ ਲੈ। ਇਹ ਬੇਟਾ ਸਾਡੇ ਕੋਲੇ ਰਿਫਲੈਕਟਿੰਗ ਸਰਫੇਸ ਦੇ ਵਾਸਤੇ ਰੇਡੀਏਸ਼ਨ ਪ੍ਰੈਸ਼ਰ ਤੇ ਰੇਡੀਏਸ਼ਨ ਫੋਰਸ ਦੀ ਸਟੋਰੀ ਸੀ। ਹੁਣ ਜੇ ਐਬਜ਼ੌਰਬਿੰਗ ਸਰਫੇਸ ਹੋਵੇ ਤਾਂ ਉਹ ਚੋਂ ਰਿਫਲੈਕਸ਼ਨ ਹੋਣਾ ਹੀ ਨਹੀਂ, ਇਹਦਾ ਮਤਲਬ ਜਿਹੜੀ ਲਾਈਟ ਗਈ ਉਹ ਵਿੱਚ ਹੀ ਰਹਿ ਗਈ, ਉਹ ਬਾਹਰ ਨਹੀਂ, ਵਾਪਸ ਨਹੀਂ ਆਈ। ਇਹਦਾ ਮਤਲਬ ਇਹ ਵੀ ਮੋਮੈਂਟਮ ਦੇ ਵਿੱਚ ਚੇਂਜ ਜਿਹੜਾ ਹੈ ਉਹ ਸਾਰਾ ਹੋ ਗਿਆ। P ਪਹਿਲਾ ਮੋਮੈਂਟਮ ਸੀ, ਦੁਬਾਰਾ ਵਾਪਸ -P ਨਹੀਂ ਹੋਇਆ, ਉਹ ਦੁਬਾਰਾ 0 ਹੋ ਗਿਆ। ਉਹਦੇ ਨਾਲ ਸਾਡੇ ਫਾਰਮੂਲੇ 'ਚ ਚੇਂਜ ਕੀ ਆਊਗਾ? ਜਿਹੜਾ ਡਬਲ ਸਾਈਨ ਆ ਰਿਹਾ, 2 ਨੰਬਰ ਆ ਰਿਹਾ ਪਿੱਛੇ ਤੋਂ, 2P ਮਾਈਨਸ ਦਾ ਸੀ, 2 ਆਇਆ ਸੀ, ਜਿੱਥੇ ਐਡ ਹੋਇਆ ਸੀ, ਇਹ ਖਤਮ ਹੋ ਜਾਊਗਾ। ਤੁਹਾਡਾ ਆਨਸਰ ਆ ਜਾਊਗਾ P upon C, ਇਹ ਆ ਜਾਊਗਾ I upon C, ਠੀਕ ਆ। ਲਿਖ ਦਿਓ ਇਹ ਗੱਲ। ਕੇਸ ਨੰਬਰ 2, ਕੇਸ ਨੰਬਰ 2 ਪਾਇਓ ਬੇਟਾ, ਇੱਥੇ ਹੀ ਸੈੱਟ ਕਰ ਦੇਣਾ ਮੈਂ। when radiations are falling normally on a perfectly, ਇੱਥੇ ਲਿਖ ਦਿਓ absorbing surface, perfectly absorbing surface। ਮੈਂ ਪਹਿਲਾਂ ਵੀ ਬੋਲਿਆ ਵੀ ਇਹ ਟੌਪਿਕ ਜਿਹੜਾ ਅੱਜ ਵਾਲਾ ਹੈਗਾ, this is a specific topic, ਇੱਕ ਖਾਸ ਟੌਪਿਕ ਹੈ, ਇਹਨੂੰ ਧਿਆਨ ਨਾਲ ਕਰਿਓ, ਕਿਉਂਕਿ ਡੀ ਬਰੋਗਲੀ ਤਾਂ ਬਹੁਤ ਆਸਾਨ ਆ, ਉਹ ਤਾਂ ਮੈਂ ਜਸਟ 2 ਮਿੰਟਾਂ 'ਚ ਹੀ ਕਰਾ ਦੇਣਾ, ਠੀਕ ਹੈ। ਡੀ ਬਰੋਗਲੀ ਦੀ ਤਾਂ ਸਟੋਰੀ ਵਾਲੀ ਸੌਖੀ ਆ, ਉਹਦੇ ਤੇ 2 ਫਾਰਮੂਲੇ ਬਣਾ ਕੇ ਲਿਖ ਕੇ ਦੇਣੇ ਤੁਹਾਨੂੰ, ਉਹ ਆਪਾਂ ਪਹਿਲਾਂ ਹੀ ਡਰਾਈਵ ਕਰੀ ਬੈਠੇ ਆ। ਪਰਫੈਕਟਲੀ ਐਬਜ਼ੌਰਬਿੰਗ ਸਰਫੇਸ ਮਤਲਬ ਕਹਿਣ ਦਾ ਇਹ ਵੀ ਆਹ ਸਰਫੇਸ ਆ, ਲਾਈਟ ਆਈ ਤੇ ਐਬਜ਼ੌਰਬ ਹੋ ਗਈ, ਪੁੱਠੀ ਨਹੀਂ ਮੁੜੀ। ਜੇ ਮੋਮੈਂਟਮ ਆਉਂਦਿਆਂ ਹੋਇਆਂ P ਸੀ ਤਾਂ ਬਾਅਦ ਚ ਕਿੰਨਾ ਹੋ ਗਿਆ? ਬਾਅਦ ਚ ਹੋ ਗਿਆ 0, ਰਿਫਲੈਕਸ਼ਨ ਨਹੀਂ ਨਾ ਹੋਇਆ, ਤਾਂ ਮੋਮੈਂਟਮ ਦੇ ਵਿੱਚ ਚੇਂਜ ਹੋ ਗਿਆ P। ਨਾ ਤਾਂ 2 ਪਹਿਲਾਂ ਆਇਆ ਸੀ 2P, ਹੁਣ ਆਇਆ P, ਤਾਂ ਕਰਕੇ ਸਾਡਾ ਫਾਰਮੂਲਾ ਕੀ ਬਣਿਆ? ਐਦਕਰ ਬਣਿਆ ਰੇਡੀਏਸ਼ਨ ਫੋਰਸ। ਰੇਡੀਏਸ਼ਨ ਫੋਰਸ ਹੋਇਆ ਬੇਟਾ F is equal to P upon C, ਯਾਦ ਹੋ ਗਿਆ? ਉਹ 2P upon C ਸੀ, ਇਹ ਆ ਗਿਆ P upon C। ਤੇ ਰੇਡੀਏਸ਼ਨ ਪ੍ਰੈਸ਼ਰ ਹੋਇਆ ਸਾਡੇ ਕੋਲੇ, ਇਹ ਹੋਇਆ ਬੇਟਾ P upon CA is equal to I upon C, intensity of light divided by C। ਇਹਨੂੰ ਵੀ ਮੈਂ ਬਾਕਸ ਦੇ ਵਿੱਚ ਇਦਾਂ ਕਰਤਾ। So these are the formula for radiation force and radiation pressure। ਮੈਂ ਇਹ ਸਮਝਦਾ ਵੀ ਜੇ ਇਸ ਚੈਪਟਰ ਦਾ ਸਭ ਤੋਂ ਹਾਰਡ ਕੁਐਸਚਨ ਆ, ਜੇ ਬੱਚੇ ਜਿਹੜਾ ਕਹਿੰਦੇ ਉਹ ਆ, ਔਰ ਉਹ ਫਾਰਮੂਲੇ ਕਿਹੜੇ ਨਾਲ ਹੋਣਾ? ਉਹ ਇਹਨਾਂ 2 ਫਾਰਮੂਲਿਆਂ ਨਾਲ ਹੋਣਾ, ਹੋਰ ਕਿਤੇ ਨਹੀਂ, ਕੁਛ ਨਹੀਂ, ਠੀਕ ਹੈ। ਜਾਂ ਆਹ ਵਾਲਾ ਫਾਰਮੂਲਾ ਤੇ ਜਾਂ ਆਹ ਵਾਲੇ ਫਾਰਮੂਲੇ 2। ਇਸ ਤੋਂ ਇਲਾਵਾ ਹੋਰ ਕੋਈ ਫਾਰਮੂਲਾ ਜਿਹੜਾ ਮੈਂ ਮੰਨਦਾ ਨਹੀਂ ਵੀ ਕੋਈ ਮੁਸ਼ਕਲ ਆ, ਬਾਕੀ ਸਾਰੇ ਜਸਟ ਤੁਸੀਂ ਫੈਮਿਲੀਅਰ ਆ ਸਾਰੇ ਫਾਰਮੂਲਿਆਂ ਤੋਂ। ਥਿਊਰੀ 'ਚ ਆਪਾਂ ਬਹੁਤ ਟਾਈਮ ਲਾਇਆ, ਠੀਕ ਆ। ਮੈਨੂੰ ਪੂਰੀ ਉਮੀਦ ਆ ਤੁਹਾਡੇ ਕਲੀਅਰ ਆ। ਜੇ ਕਿਸੇ ਨੂੰ ਕੋਈ ਸ਼ੱਕ ਆ ਬੇਟਾ ਪੁੱਛ ਲਓ। ਗਗਨਦੀਪ ਬੋਲ ਬਈ। ਗਗਨ? ਹਾਂਜੀ ਸਰ ਕਲੀਅਰ ਹੈ। ਅਸਾਈਨਮੈਂਟ ਨਹੀਂ ਕਰਦਾ ਤੂੰ? ਸਰ ਮੈਂ ਨਾ ਵੀਕ ਕੁਐਸਚਨ ਕਰ ਲਏ, ਮੈਂ ਵਿਆਹ ਤੇ ਸੀ ਨਾ, ਅੱਜ ਮੈਂ ਪੂਰੀ ਕਰ ਦੂੰਗਾ। ਅੱਛਾ, ਹਾਂਜੀ ਸਰ। ਵਿਆਹ ਦੇਖ ਲਿਆ ਫਿਰ, ਹੈ? ਆਹ ਟੌਪਿਕ ਥਿਊਰੀ 'ਚ ਕਰਾਇਆ ਨਹੀਂ ਸੀ ਹੋਇਆ, ਧਿਆਨ ਨਾਲ ਕਰਿਓ। ਹੁਣ ਤੁਹਾਡੇ ਯਾਦ ਹੋ ਗਿਆ ਵੀ ਰੇਡੀਏਸ਼ਨ ਫੋਰਸ ਹੁੰਦਾ ਰਿਫਲੈਕਟਿੰਗ ਸਰਫੇਸ 2P upon C, ਔਰ P ਪਾਵਰ ਆ ਉੱਥੇ, ਠੀਕ ਆ। ਔਰ ਜਿਹੜਾ ਹੈਗਾ ਐਬਜ਼ੌਰਬਿੰਗ ਸਰਫੇਸ ਉੱਥੇ P upon C, ਓਕੇ। ਔਰ ਇਸ ਫੋਰਸ ਦੇ ਡਿਵਾਈਡ ਬਾਈ ਏਰੀਆ ਕਰ ਦਿਓ, ਤੁਹਾਨੂੰ ਆਪੇ ਮਿਲ ਜੂ ਪ੍ਰੈਸ਼ਰ, ਰੇਡੀਏਸ਼ਨ ਪ੍ਰੈਸ਼ਰ ਆਪਣੇ ਆਪ ਮਿਲ ਜੂਗਾ। ਔਰ ਪ੍ਰੈਸ਼ਰ ਪਾਵਰ ਪਰ ਯੂਨਿਟ ਏਰੀਆ ਜਿਹੜਾ ਹੈ
पावर रेडिएटेड पर यूनिट एरिया दैट इज इक्वल टू इंटेंसिटी ऑफ लाइट। खास ध्यान रखियो, ये छोटे फार्मूले सब तो ज्यादा खराब करते हैं। आ जाओ इस तो बाद मेरे को ड्यूल नेचर ऑफ मैटर, जिहदे विच असीं डी ब्रोगली दी वेवलेंथ दे बारे डिस्कशन कर लैने आ। लिख दिओ ड्यूल नेचर ऑफ मैटर। ਇਹਦਾ मतलब यह भी मैटर हैज particle nature as well as wave nature. Matter has particle nature, matter दी particle nature भी है, as well as wave nature, और ਇਹਦੀ wave nature भी है। ਇਹਦੀ ਸਟੋਰੀ ਤੁਹਾਨੂੰ ਬੜੀ ਵਧੀਆ ਦੱਸੀ ਹੋਈ ਹੈ ਵੀ ਇਹ ਸਭ ਤੋਂ ਪਹਿਲਾਂ ਤਾਂ ਡੀ ਬਰੋਗਲੀ ਇੱਕ ਹੀ ਹਾਈਪੋਥੇਸਿਸ ਹੈ, ਡੀ ਬਰੋਗਲੀ ਹਾਈਪੋਥੇਸਿਸ, ਹੋਰ ਇਹ ਚ ਕੁਝ ਵੀ ਹੈ ਨਹੀਂ। ਡੀ ਬਰੋਗਲੀ ਕਹਿੰਦਾ ਜੀ ਪਾਰਟੀਕਲ ਆ ਉਹ ਵੇਵ ਦੀ ਤਰ੍ਹਾਂ ਬਿਹੇਵ ਕਰਦਾ। ਉਹਨੇ ਫੋਟੋਨ ਨੂੰ ਇੱਕ ਪਾਰਟੀਕਲ ਲੈ ਕੇ ਪ੍ਰੂਵ ਕਰਤਾ ਵੀ ਪਾਰਟੀਕਲ ਦੀ ਵੇਵਲੈਂਥ ਇੰਨੀ ਹੁੰਦੀ ਹੈ, ਫਿਰ ਉਹਨੂੰ ਸਾਰੇ ਪਾਰਟੀਕਲਸ ਵਾਸਤੇ ਜਨਰਲਾਈਜ਼ ਕਰਤਾ। ਠੀਕ ਆ, ਤਾਂ ਆਪਾਂ ਜਸਟ ਫਾਰਮੂਲੇ ਤੇ ਕੰਸੰਟਰੇਟ ਕਰਾਂਗੇ। ਡੀ ਬਰੋਗਲੀ ਵੇਵਲੈਂਥ, एरो ला के लिख लो, डी ब्रोगली वेवलेंथ ऑफ अ पार्टिकल, किसी भी पार्टिकल दी जिहड़ी डी ब्रोगली वेवलेंथ है वो कितनी हुंदी है? वो हुंदी आ लैम्डा इज इक्वल टू एच अपॉन पी, पी इत्थे मोमेंटम हुंदा, या लैम्डा इज इक्वल टू एच अपॉन एम वी, एम मास आ ते वी वेलोसिटी ओदी। दिस इज वेवलेंथ ऑफ द पार्टिकल, किसी भी पार्टिकल दी वेवलेंथ असीं इस फार्मूले दे नाल फाइंड आउट कर सकते हैं। अगली गल ध्यान नाल सुनी चलो, गल बड़े काम दी है। थ्योरी च तुहानू एवरीथिंग वी हैव ऑलरेडी डन इन थ्योरी, थ्योरी च असीं सब कुछ कीता होया। कई बार की हुंदा पार्टिकल नू, पार्टिकल जिहड़ा हैगा वो मूव कर रहा, उहदी काइनेटिक एनर्जी के लिखवावां कि ई लिखवावां? जल्दी बोलो बोलो, काइनेटिक एनर्जी के लिखवावां की लिखवावां? बोल दो। हेलो मनबीर, सर के चल के लिखवा दो। तो नोट करियो, इफ के इज काइनेटिक एनर्जी ऑफ द पार्टिकल, जे पार्टिकल दी काइनेटिक एनर्जी के होवे देन तो के दी वैल्यू होगी हाफ एम वी स्क्वेयर, तो मेरे को वी दी वैल्यू आऊगी अंडर रूट 2 एम के। वी दी वैल्यू मेरे को कितनी आऊगी? अंडर रूट 2 एम के। ये वी दी वैल्यू आऊगी मेरे को अंडर रूट 2 एम के। ये वी दी वैल्यू मैं इत्थे पुट करके मैं गड़बड़ की कोई है ना, 2 ये वी दी वैल्यू मेरे को आऊगी, आई एम सॉरी, ये आऊगी 2k बाय m द अंडर रूट। ठीक है बेटा, ये वेलोसिटी है 2k बाय m द अंडर। ये वैल्यू इत्थे यूज करांगे, तुहाडे कोले नवा फार्मूला जनरेट होगा। ठीक है, सो वी हैव थले लिख लो तुसीं, डी ब्रोगली वेवलेंथ का नवा फार्मूला बने एच अपॉन अंडर रूट, देखो एम तो एक बाहर पिया, अंडर रूट च कितना आया? एम एक बाहर पिया, अंडर रूट दे विच आ गया अंडर रूट 2k बाय m, तो अंदर इनू ले जावांगे तो m स्क्वायर बन जाऊगा, अंडर रूट 2m के आ जाऊगा। जिहड़ा फार्मूला मैं गलत लिख रहा सी हुण सही हो गया। ये तुहाडा फार्मूला बन गया कि h अपॉन अंडर रूट 2m k, थ्योरी च 2me लिखवाया, डर ना जाओ। ठीक है, थ्योरी च 2me लिखवाया, इत्थे mk आया, k काइनेटिक एनर्जी, उत्थे e काइनेटिक एनर्जी, ਉਹਦੇ ਨਾਲ कोई फर्क नहीं पैंदा, वो जस्ट एक सिंबल आ। ਤਾਂ ਸਾਡੇ ਕੋਲੇ डी ब्रोगली वेवलेंथ आ गई h अपॉन अंडर रूट 2 m k।
h/√2mk। समझ आ रही गल? ये नवा फार्मूला तैयार हो गया तुहाडा, एक फार्मूला, दो फार्मूले, तीजा हो गया। These formulas are applicable for every kind of particle, हर एक पार्टिकल वास्ते एप्लीकेबल। फिर एरो करके करांगे नवी गल, if particle is accelerator, particle of charge q, ਜੇ पार्टिकल ਦਾ चार्ज q ਹੋਵੇ and is accelerated, ਉਹਨੂੰ accelerate ਕਰਵਾਇਆ in potential difference v, ਉਹਨੂੰ v potential difference ਚ ਜੇ ਮੈਂ accelerate ਕਰਵਾਵਾਂ ਕਿੰਨੇ ਚ ਪੁੱਤਰੋ, v potential difference ਦੇ ਵਿੱਚ ਜੇ accelerate ਕਰਵਾਵਾਂ, accelerated in potential difference v, then ਤਾਂ ਬੇਟਾ ਕਾਈਨੈਟਿਕ એનર્ਜੀ ਕਿੰਨੀ ਹੋਊਗੀ, then काइनेटिक एनर्जी। ਹੁਣ ਆਪਾਂ ਉਹਨੂੰ ਰਿਪਲੇਸ ਕਰਾਂਗੇ ਇਹਨੂੰ ਕਾਈਨੈਟਿਕ એનર્ਜੀ, ਠੀਕ ਆ। ਤਾਂ ਕਾਈਨੈਟਿਕ એનર્ਜੀ ਹੋਊਗੀ ਲੈਮਡਾ ਇਜ਼ ਸੌਰੀ k ਇਜ਼ ਇਕੁਅਲ ਟੂ e ਇਨਟੂ ਸੌਰੀ q ਇਨਟੂ v। ਹੁਣ ਤੁਸੀਂ ਕਹਿਣਾ ਜੀ ਇਹ ਕਿੱਥੋਂ ਲਿਖਤੀ ਕਾਈਨੈਟਿਕ એનર્ਜੀ, ਇਹ ਲਿਖੀ ਆ ਪੋਟੈਂਸ਼ੀਅਲ ਦਾ ਫਾਰਮੂਲਾ ਹੁੰਦਾ ਵਰਕ ਅਪਨ ਟੈਸਟ ਚਾਰਜ, ਠੀਕ ਆ। ਤਾਂ q ਨੂੰ ਇਧਰ ਮਲਟੀਪਲਾਈ ਕੀਤਾ ਤਾਂ ਵਰਕ ਕੀ ਆ, ਵਰਕ ਡਨ ਇਜ਼ ਇਕੁਅਲ ਟੂ ਕਾਈਨੈਟਿਕ એનર્ਜੀ। ਇਸ ਤਰੀਕੇ ਦੇ ਨਾਲ ਮੈਂ ਇਹਨੂੰ ਲਿਖਿਆ ਵਰਕ ਇਜ਼ ਇਕੁਅਲ ਟੂ QV। ਤਾਂ ਇਹ ਕਾਈਨੈਟਿਕ એનર્ਜੀ ਦੀ ਵੈਲਿਊ ਨੂੰ ਆਪਾਂ ਯੂਜ਼ ਕਰਾਂਗੇ ਇੱਥੇ, ਤੇ ਸਾਡੇ ਕੋਲ ਇੱਕ ਹੋਰ ਫਾਰਮੂਲਾ ਬਣ ਜੂ। ਸੋ ਵੀ ਹੈਵ ਡੀ ਬਰੋਗਲੀ ਵੇਵਲੈਂਥ, ਸਾਡੇ ਕੋਲੇ ਡੀ ਬਰੋਗਲੀ ਵੇਵਲੈਂਥ ਦਾ ਨਵਾਂ ਫਾਰਮੂਲਾ ਤਿਆਰ ਹੋ ਗਿਆ। ਔਰ ਉਹ ਫਾਰਮੂਲਾ ਕੀ ਆ ਪੁੱਤਰੋ, ਉਹ ਫਾਰਮੂਲਾ ਹੈਗਾ ਲੈਮਡਾ ਇਜ਼ ਇਕੁਅਲ ਟੂ h ਅਪਨ ਅੰਡਰ ਰੂਟ 2m QV। बेटा ये फार्मूला भी हरेक थां ते एप्लीकेबल आ, जिथे भी तुहानू पोटेंशियल डिफरेंस दिता जाऊगा तुसीं ये फार्मूला यूज कर। मैं थ्योरी च एक इलैक्ट्रॉन वास्ते स्पेसिफिक फार्मूला करवाया सी, पर मेरी सलाह तुहानू ये आ दिस इज एप्लीकेबल एवरीवेयर। तुसीं ये फार्मूला याद करियो ना कि वो याद करियो, बिकॉज दैट इज लिमिटेड फॉर इलैक्ट्रॉन एंड दिस इज फॉर एवरी पार्टिकल। कोई पार्टिकल ले लो, प्रोटॉन लओगे इत्थे प्रोटॉन दा चार्ज भर दिओ, ठीक है। अल्फा पार्टिकल लओगे इत्थे अल्फा पार्टिकल दा चार्ज भर दिओ, न्यूट्रॉन लोगे न्यूट्रॉन का चार्ज, मतलब जो भी पार्टिकल तुहानू गिवन होगा you have to put the charge of that particular particle here and you will get the wavelength lambda for that particle। उस particle दी wavelength जिहड़ी आ डी ब्रोगली wavelength वो इस फार्मूले नाल मिल जाती है। फिर की हुंदा, ध्यान नाल सुन लो गल नूं। हुण इहदी शॉर्टकट करा दिंदा मैं भी, जे मैं इत्थे इलैक्ट्रॉन पुट करां E तां फिर की फार्मूला बनू, जे प्रोटॉन पुट करा फिर की फार्मूला बनू, क्योंकि मास बदल जू ना प्रोटॉन का, इलैक्ट्रॉन का घट हुंदा प्रोटॉन का ज्यादा हुंदा। जे मैं इत्थे अल्फा पार्टिकल पता पुट करा फिर इत्थे की बनू, वेवलेंथ। ये तिन्नां दे शॉर्टकट जिहड़े मैं बना के देना, अदरवाइज तुसीं यही फार्मूला जिहड़ा हैगा हरेक थां ते वरत लेना। इलैक्ट्रॉन का शॉर्टकट, प्रोटॉन का, ठीक है। तो किहड़े-किहड़े फार्मूले सारे थावां ते एप्लीकेबल है, क्लीयर होगी गल। मैं एक लाइन दे विच सारे फार्मूलिਆਂ ਨੂੰ जे लिखना चाहां, ये सारे फार्मूले एप्लीकेबल किहड़े-किहड़े आ, एक लाइन दे विच लिखांगे देयरफॉर लैम्डा इज इक्वल टू h अपॉन p, h अपॉन mv, h अपॉन अंडर रूट 2mk, h अपॉन अंडर रूट 2mk दी वैल्यू हुणी फाइंड कीती है कितनी, q इनटू पोटेंशियल डिफरेंस v। ये फार्मूले हैं, these are applicable everywhere for every kind of particle। बट जे तुहानू स्पेसिफिक क्वेश्चन आ जाए, खास सवाल आ जाए, तुहानू ये पूछा जाए कि ऐ करो इलैक्ट्रॉन का ही पता करो, इलैक्ट्रॉन वास्ते फिर आ नहीं लग सकता, ना ही आ लगूगा ना ही आ लगूगा। इत्थे जाओगे चार्ज की वैल्यू सिर्फ एक फार्मूले च, एंड दैट इज लास्ट वन। चार्ज की वैल्यू ई पुट करोगे, मास इलैक्ट्रॉन का पुट करोगे, एच की वैल्यू प्लैंक कांस्टेंट आ फिक्स आ, कला वी रह गया 2 फिक्स, तो एक कांस्टेंट वैल्यू आऊगी, वो मैं लिख देना कि, ठीक है। सो आ फार्मूले का खास ख्याल रखो, दिस इज इंपॉर्टेंट फॉर द चार्ज्ड पार्टिकल, इंपॉर्टेंट फॉर चार्ज्ड पार्टिकल। जिहड़े पार्टिकल चार्ज्ड आ उन्हां वास्ते इंपॉर्टेंट आ। हुण पहला मैं किहड़ा लिखिया, शॉर्टकट्स लिखो, शॉर्टकट्स फॉर सम पार्टिकल्स। थोड़े जे पार्टिकल्स दे शॉर्टकट लिखते हैं आपां, शॉर्टकट्स फॉर सम पार्टिकल्स। पहले दा शॉर्टकट, शॉर्टकट्स फॉर
सम पार्टिकल्स पहले पार्टिकल का शॉर्टकट पहला कौन है फॉर इलेक्ट्रॉन इलेक्ट्रॉन्स मैं इलेक्ट्रॉन्स वास्ते शॉर्टकट पता करना तो लैम्डा ई वैसे ही लिखता मैं सिंबल इज इक्वल टू ਤੁਹਾਡੀ जो भी वैल्यू h 6.62 into 10 to the power minus 34 ਇੱਥੇ ਇੱਥੇ ਚਾਰਜ ਦੀ ਵੈਲਿਊ e ਠੀਕ ਆ q ਦੀ ਵੈਲਿਊ e ਪੁੱਟ ਕਰੋਗੇ ਠੀਕ ਆ ਮਾਸ ਜਿਹੜਾ ਹੈਗਾ ਮਾਸ ਆਫ ਇਲੈਕਟ੍ਰੋਨ ਪੁੱਟ ਕਰੋਗੇ ਇੱਥੇ ਤਾਂ ਤੁਹਾਡੇ ਕੋਲੇ ਮੈਂ ਜਸਟ ਫਾਰਮੂਲਾ ਲਿਖ ਦੇਣਾ 12.27 ਡਿਵਾਈਡ ਬਾਈ ਅੰਡਰ ਰੂਟ v into 10 to the power minus 10 मीटर या इनू लिख लो लैम्डा ई इज इक्वल टू या इनू ए लिख लो 12.27 डिवाइड बाय अंडर रूट वी इनू एंगस्ट्रॉम लिख लो इनू एंगस्ट्रॉम लिख लो (12.27 डिवाइड बाय अंडर रूट वी एंगस्ट्रॉम इलेक्ट्रॉन नंबर 2 नंबर 2 ध्यान नाल समझियो दूसरा प्रोटॉन फॉर प्रोटॉन ये प्रोटॉन देता हूं हाइड्रोजन एटम ही या प्रोटॉन ही है और हाइड्रोजन एटम क्योंकि प्रोटॉन जिहड़ा सेंटर च हुंदा हाइड्रोजन एटम च भी प्रोटॉन हुंदा H11 लिखो H11 ठीक है ये भी प्रोटॉन ही ਇਹਦੇ ਵਾਸਤੇ ਜਿਹੜੀ ਡੀ ਬਰੋਗਲੀ ਵੇਵਲੈਂਥ ਆ ਲੈਮਡਾ p ਫॉर ਪ੍ਰੋਟੋਨ that is equal to ਬੇਟਾ ਜਿੱਦਾਂ ਇਹਦੇ ਵਿੱਚ ਵੈਲਿਊ ਪੁੱਟ ਕੀਤੀ ਇੱਥੇ ਮਾਸ ਆਫ ਪ੍ਰੋਟੋਨ ਲਿਖੋ ਇੱਥੇ ਚਾਰਜ ਆਫ ਪ੍ਰੋਟੋਨ ਉਹਨੇ ਦਾ ਉਨਾ ਹੀ ਤੁਹਾਡੇ ਫਾਰਮੂਲਾ ਜਸਟ ਮਾੜਾ ਜਿਹਾ ਚੇਂਜ ਹੋਊਗਾ ਇਹ ਵੈਲਿਊ ਆਊਗੀ ਨੋਟ ਕਰ ਸਕਦੇ ਆ 0.026 0.286 डिवाइड बाय अंडर रूट v एंगस्ट्रॉम ਇਹਨੂੰ ਨੋਟ ਕਰੋ 0.286 ਇਹਦੇ ਵਿੱਚ ਵੈਲਿਊ ਪੁੱਟ ਕਰਕੇ ਆਏ ਜੇ ਤੁਸੀਂ ਕਰਨਾ ਚਾਹੋ ਕਰ ਸਕਦੇ ਮੈਨੂੰ ਕੋਈ ਦਿੱਕਤ ਨਹੀਂ ਠੀਕ ਆ 0.286 डिवाइड बाय अंडर रूट v एंगस्ट्रॉम मैं -10 मीटर नहीं लिखा सीधा एंगस्ट्रॉम लगा तीसरा पॉइंट मेरे को स्पेस घट है मैं इत्थे लिख रहा फॉर अल्फा पार्टिकल बहुत मशहूर पार्टिकल है अल्फा पार्टिकल फॉर अल्फा पार्टिकल इनू He24 बोलते हैं अल्फा पार्टिकल नू हीलियम न्यूक्लियस अल्फा पार्टिकल दे वास्ते जे मैं पता करा तो लैम्डा अल्फा इज इक्वल टू ਇਹਦੀ वैल्यू ਤੁਹਾਡੀ बेटा इदां ही इसी तरीके नाल 0.101 डिवाइड बाय अंडर रूट v पोटेंशियल डिफरेंस ਦੀ वैल्यू ਕੱਲੀ ਪੁੱਟ ਕਰਨੀ ਇਹਨਾਂ ਫਾਰਮੂਲਿਆਂ ਚ ਤੇ ਤੁਹਾਡੇ ਸਾਰੇ ਰਿਜ਼ਲਟ ਬਣਦੇ ਆ 0.101 डिवाइड बाय अंडर रूट v एंगस्ट्रॉम ड्यूट्रॉन ਦਾ 202 कर लो ड्यूट्रॉन H12 ਹੁੰਦਾ ਤੁਹਾਨੂੰ ਪਤਾ ਹੋਊਗਾ ਸਾਰਿਆਂ ਨੂੰ ਮੈਂ ਇੱਥੇ ਨੋਟ ਕਰ ਦਿੰਨਾ इलेक्ट्रॉन हो गया ਤੁਹਾਡਾ ਇੱਥੇ 4 ਨੰਬਰ ਪੁਆਇੰਟ ਪਾ ਲਿਓ ਫॉर ड्यूट्रॉन ਜੇ ड्यूट्रॉन है H12 ड्यूट्रॉन H12 ड्यूट्रॉन ਤਾਂ ड्यूट्रॉन ਦਾ ਹੈਗਾ 0. ਇਹ ਲੈਮਡਾ d ਲਿਖ ਦੇਣਾ ਇਹ ਹੁੰਦਾ 0.202 ਉਹ 101 ਆ ਇਹ 202 ਕਰ ਦੋ ਯਾਦ ਹੋ ਜਾਂਦਾ पहला 12.27 फिर 0.286 286 फिर 101 फिर 202 ठीक है अपॉन अंडर रूट v और नाल इहदे लगा दो एंगस्ट्रॉम मैनू पूरी उम्मीद आ तुहाडे ये गल 100% क्लीयर आ फिर भी जे किसी बच्चे नू इहदे विच कोई शक आ वो बच्चा अपना क्वेश्चन कर सकता बोलो भाई न्यूट्रॉन नू एक्सेलरेट नहीं करवाया जा सकता न्यूट्रॉन नू v दी टर्म च एक्सेलरेट नहीं करवाया जा सकता जे न्यूट्रॉन कह दे न्यूट्रॉन तो न्यूट्रॉन वास्ते तुहाडा सिर्फ आ फार्मूला लग सकता ठीक आ वाला जे न्यूट्रॉन आ जाए फिर तुसीं आ फार्मूला लाओगे फिर दिस इज नेवर एप्लीकेबल क्योंकि चार्ज है नहीं न्यूट्रॉन दा ओदी काइनेटिक एनर्जी दी टर्म च h/√2m आऊगा ठीक है दैट इज द काइनेटिक एनर्जी न्यूट्रॉन दा मास प्रोटॉन दे ऑलमोस्ट इक्वल हुंदा चार्ज ओदे ते हुंदा कोई नहीं ना ही चार्ज लेना तो q * v नू आपां जे छड्ड दईए ते h/√2m ठीक है मास प्रोटॉन का कितना आ वाला 0.286 है ना क्यों भाई
ਤਾਂ 0.286 ਦੁਬਾਰਾ ਆਊਗਾ। ਨੋਟ ਕਰਿਓ ਇਹ ਗੱਲ ਵੀ, ਅਲੱਗ ਤੋਂ ਲਿਖ ਲਿਓ। ਫॉर ਨਿਊਟਰੋਨ ਲਿਖ ਦਿਓ। ਚੌਥਾ ਪਾਰਟੀਕਲ ਫॉर ਨਿਊਟਰੋਨ। ਹੁਣ ਬੱਚੇ ਇੱਥੇ ਗਲਤੀ ਮੰਨ ਲੈਂਦੇ ਮੇਰੀ, ਧਿਆਨ ਨਾਲ ਸੁਣਿਓ। ਫॉर ਨਿਊਟਰੋਨ ਨੂੰ ਜੇ ਐਕਸਲਰੇਟ ਕਰਵਾਉਣਾ ਤਾਂ ਉਹਦੀ ਵੇਵਲੈਂਥ ਜਿਹੜੀ ਲੈਮਡਾ ਆ, ਲੈਮਡਾ n, ਉਹਦੀ ਵੈਲਿਊ ਹੋਊਗੀ 0.286 ਡਿਵਾਈਡ ਬਾਈ √v ਨਹੀਂ ਲਿਖਣਾ, ਆ v ਨਹੀਂ ਲਿਖਣਾ, ਇਹਨੂੰ ਲਿਖਣਾ √k। ਆ k ਲਿਖਣਾ, ਦਿਸ ਇਜ਼ ਦ ਸਪੈਸੀਫਿਕ ਥਿੰਗ। ਉਹਦੀ ਕਾਈਨੈਟਿਕ એનર્ਜੀ ਹੋਊਗੀ, ਉਹਦਾ ਚਾਰਜ ਨਹੀਂ ਦਿੱਤਾ ਹੋਣਾ ਤੁਹਾਨੂੰ, ਠੀਕ ਆ। ਆ ਫਰਕ ਆ। ਆ √v ਆ, ਪ੍ਰੋਟੋਨ ਦਾ √v ਆ, ਨਿਊਟਰੋਨ ਦਾ √k ਆ। ਨਾਲ ਐਰੋ ਲਾ ਕੇ ਲਿਖ ਲਿਓ ਕਾਈਨੈਟਿਕ એનર્ਜੀ, ਕਿਤੇ ਭੁਲੇਖਾ ਨਾ ਖਾ ਲਿਓ ਵੀ ਇਹ ਪੋਟੈਂਸ਼ੀਅਲ ਆ। ਠੀਕ ਆ ਬੇਟਾ, ਉਹ ਸਮਝ ਆ ਰਿਹਾ ਤੁਹਾਨੂੰ ਸਾਰਿਆਂ ਨੂੰ? ਬਹੁਤ ਬਹੁਤ ਵਧਾਈ, ਤੁਹਾਡਾ ਇਹ ਡਿਊਲ ਨੇਚਰ ਵਾਲਾ ਕਨਸੈਪਟ ਆ ਜਿਹੜਾ ਇੱਥੇ ਪੂਰਾ ਹੁੰਦਾ। ਓਕੇ, ਡਿਊਲ ਨੇਚਰ ਦੇ ਵਿੱਚ ਸਾਰੀ ਗੱਲ ਮੈਂ ਟੋਟਲੀ ਰਿਪੀਟ ਕੀਤੀ ਹੈ ਬੇਟਾ, ਜਿੰਨਾ ਸੀ ਸਾਰੇ ਦਾ ਸਾਰਾ ਆਪਾਂ ਰਿਪੀਟੀਸ਼ਨ ਕੀਤਾ। ਬਸ ਥੋੜਾ ਜਿਹਾ ਧਿਆਨ ਦੇ ਨਾਲ ਉਹਨੂੰ ਇੱਕ ਵਾਰ ਜ਼ਰੂਰ ਸਟੱਡੀ ਕਰ ਲਿਓ। ਓਕੇ, ਸਮਝ ਆ ਰਿਹਾ? ਜੇ ਕਿਸੇ ਨੂੰ ਨਹੀਂ ਸਮਝ ਆਇਆ ਉਹ ਕੁਐਸਚਨ ਕਰ।